पिछले 50 सालों की गया? मेरे पंजाब का पानी गया, मेरे पिंड की जे गल करा, मेरे पिंड के खुराकी तत्त गए, मेरा जिंक गया, पोटाश गया, मैगनीशियम गया जी। तो मेरे पिंड के ਜਿਹੜੇ 3500 एकड़ के रकबे के खुराकी तत्त ਸੀਗੇ ਜਿਹੜੇ टॉप सॉइल ਦੇ ਵਿੱਚੋਂ ਉਹ ਤਾਂ ਅਸੀਂ ਡਰੇਨ ਕਰਤੇ। ਤੁਸੀਂ ਵਕਾਲਤ ਕੀਤੀ ਹੈ, ਕਿਤੇ ਇਹ ਗੱਲ ਤਾਂ ਨਹੀਂ ਜ਼ੋਰ ਦੇ ਕੇ ਕਹਿਣ ਲੱਗ ਪਏ, ਕਿਉਂਕਿ ਵਕੀਲਾਂ ਨੂੰ ਇੱਕ ਆਦਤ ਹੁੰਦੀ ਕਿ ਆਪਣੀ ਗੱਲ ਤੇ ਜ਼ੋਰ ਦੇਣਾ, ਕੇਸ ਚਾਹੇ ਠੀਕ ਹੋਵੇ ਚਾਹੇ ਗਲਤ, ਇਦਾਂ ਤਾਂ ਨਹੀਂ? ਜਿੰਨੇ ਸਾਇੰਟਿਸਟ ਹੈ ਉਹ ਸਭ ਨੂੰ ਪਤਾ ਹੈ ਕਿ ਸਾਡੀ ਸੋਇਲ ਦੇ ਜਿਹੜੇ ਹਾਲਾਤ ਕੀ ਬਣੇ ਹੋਏ ਨੇ, ਠੀਕ ਹੈ। ਉਹ ਜਿੰਨਾ ਚਿਰ ਤਾਂ ਆਪਣੀ ਪੋਸਟ ਤੇ ਹੈਗੇ ਉਹਨਾਂ ਚਿਰ ਉਹ ਨਹੀਂ ਬੋਲਦੇ, ਉਸ ਤੋਂ ਬਾਅਦ ਜਦੋਂ ਰਿਟਾਇਰ ਹੋ ਜਾਂਦੇ ਆ ਉਦੋਂ ਕਿਤਾਬ ਵੀ ਲਿਖ ਦਿੰਦੇ ਨੇ। ਤੁਹਾਡੇ ਕਹਿਣ ਤੋਂ ਭਾਵ ਕਿ ਹੁਣ ਜਿਹੜਾ ਬੰਦਾ ਖੇਤੀਬਾੜੀ ਕਰਦਾ ਹੈ ਉਹ ਫਸਲ ਮੰਡੀ ਦੇ ਵਿੱਚ ਵੇਚਦਾ ਤੇ ਵੇਚ ਕੇ ਆਪਣੇ ਨਿਆਣੇ ਦੀਆਂ ਫੀਸਾਂ ਦਿੰਦਾ, ਬਿਮਾਰੀ ਦੇ ਲਈ ਪੈਸੇ ਕਿਤੇ ਲਾਉਂਦਾ, ਉਹਨੇ ਮਾੜਾ ਮੋਟਾ ਘਰ ਨੂੰ ਟੀਪ ਪਲਸਤਰ ਕਰਨਾ। ਹੁਣ ਅਸੀਂ ਇਕੱਲਾ ਆਪਣੇ ਖਾਣ ਨੂੰ ਉਗਾਈਏ, ਕਮਰਸ਼ੀਅਲ ਐਂਗਲ ਛੱਡ ਦਈਏ? ਠੇਠ ਸ਼ਬਦਾਂ 'ਚ ਕਹਾਵਾਂ ਤਾਂ ਇਹੀ ਹੈ। ਨਹੀਂ ਫਿਰ ਭੁੱਖੇ ਮਰ ਜਾਵਾਂਗੇ। ਮਨੁੱਖਾਂ ਦਾ ਉਹਨਾਂ ਦਾ ਕੱਦ ਛੋਟੇ ਹੋ ਰਹੇ ਨੇ, ਉਹਨਾਂ ਦੇ ਕਮਜ਼ੋਰ ਹੋ ਰਹੇ ਨੇ, ਉਹਨਾਂ ਦੀ ਗਿਣਤੀ ਘਟ ਰਹੀ ਹੈ ਤੇ ਉਹਨਾਂ 'ਚ ਕਰੈਕਟਰ ਡਿਗਰੇਡੇਸ਼ਨ ਤੇ ਪਲਾਇਨ, ਇਹ ਸਾਰਾ ਕੁਝ ਉਹਦਾ ਪਾਰਟ ਹੈ। ਇੱਕ ਪਾਪੂਲੇਸ਼ਨ ਬਹੁਤ ਘਟੂਗੀ। ਅਰੇ ਪਾਪੂਲੇਸ਼ਨ ਵੱਧ ਗਈ ਆ, ਘਟ ਰਹੀ ਹੈ, ਦੁਨੀਆ ਦੀ ਪਾਪੂਲੇਸ਼ਨ ਘਟ ਰਹੀ ਹੈ। ਠੀਕ ਹੈ ਜੀ। ਹਾਂ, ਫੂਡ ਸ਼ਾਰਟੇਜ ਆਊਗੀ ਤਾਂ ਪਾਪੂਲੇਸ਼ਨ ਘਟੂਗੀ। ਫੂਡ ਸ਼ਾਰਟੇਜ ਆ ਰਹੀ ਹੈ। ਫੂਡ ਸ਼ਾਰਟੇਜ ਤੁਹਾਨੂੰ ਲੱਗਦੀ ਹੈ? ਅਸੀਂ ਤਾਂ ਖਬਰਾਂ ਇਹ ਦਿੰਨੇ ਹੁੰਨੇ ਟੀਵੀ ਦੇ ਉੱਤੇ ਕਿ ਇੰਨੇ ਲੱਖ ਟਨ ਕਣਕ ਪੰਜਾਬ 'ਚ ਅਸਮਾਨ ਦੇ ਥੱਲੇ ਪਈ ਸੜ ਗਈ ਹੈ। ਬਿਲਕੁਲ ਬਿਲਕੁਲ। ਭਾਈ ਉਹਨੂੰ ਕਿਸੇ ਦੇ ਮੂੰਹ ਪਾ ਦਿੰਦੇ, ਯਾਨੀ ਸਾਡੇ ਦਾ ਅਨਾਜ ਉਹਦੇ ਨਾਲ ਤੁਸੀਂ ਕਹਿੰਦੇ ਫੂਡ ਸ਼ਾਰਟੇਜ ਆ ਗਈ। ਹਾਂ, ਇਹ ਅਸਲੀ ਫੂਡ ਸਿਰਫ NPK ਦਾ ਘੋਲ ਹੈ ਜੀ, ਇਹਦੇ 'ਚ ਹੋਰ ਕੁਝ ਨਹੀਂ ਹੈ। NPK ਤੋਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਇਹ ਅਸਲੀ ਭੋਜਨ ਨਹੀਂ ਨਾ, ਇਹ ਸਿਰਫ NPK ਦਾ ਘੋਲ ਹੈ। ਇਹਦੇ ਵਿੱਚ ਜ਼ਿੰਕ ਨਹੀਂ ਹੈ, ਇਹਦੇ ਵਿੱਚ ਕੈਲਸ਼ੀਅਮ ਨਹੀਂ ਹੈ, ਇਹਦੇ ਵਿੱਚ ਮੈਗਨੀਸ਼ੀਅਮ ਨਹੀਂ ਹੈ, ਉਹ ਸਾਰਾ ਕੁਝ ਮੁੱਕ ਗਿਆ। ਪੰਜਾਬ ਦੇ ਵਿੱਚ ਕੁਦਰਤੀ ਖੇਤੀ ਕਰਕੇ ਰੋਟੀ ਖਾਣੀ ਸੰਭਵ ਹੈ? ਹੁਣ ਇਸ ਮਿੱਟੀ ਦੇ ਵਿੱਚੋਂ ਅਸੀਂ ਪੰਜਾਬ ਦੇ ਲੋਕਾਂ ਜੋਗਰਾ ਬਿਨਾਂ ਯੂਰੀਆ DAP ਤੋਂ ਖਾਣ ਜੋਗਰਾ ਪੈਦਾ ਨਹੀਂ ਕਰ ਸਕਦੇ। ਇਹ ਹਾਲਾਤ ਨੇ ਪੰਜਾਬ ਦੇ। ਇਹ ਜਿਹੜਾ ਮਨੁੱਖੀ ਮਲ ਮੂਤਰ ਹੈ ਇਹ ਬਹੁਤ ਜ਼ਬਰਦਸਤ ਸਰੋਤ ਹੈ ਜੀ ਖੁਰਾਕੀ ਤੱਤਾਂ ਦਾ। ਇਹਨੂੰ ਵਾਪਸ ਟੌਪ ਸੋਇਲ ਤੇ ਆਉਣਾ ਚਾਹੀਦਾ ਹੈ। ਟੈਂਕ ਸਾਫ਼ ਕਰਕੇ ਲੈ ਕੇ ਜਾਂਦੇ ਹੁੰਦੇ, ਫਲਸ਼ਾਂ ਵਾਲੇ ਲੈ ਕੇ ਜਾਂਦੇ ਆ, ਉਹਨਾਂ ਨੂੰ ਕਹਿਣਾ ਤੁਹਾਨੂੰ 500 ਰੁਪਈਆ ਦੇਵਾਂਗੇ ਜੇ ਤੁਸੀਂ, ਉਹ ਵਿਚਾਰੇ ਹੁਣ ਚੋਰੀ ਛਿੱਪੇ ਰਾਤ ਬਰਾਤੇ ਲਾਉਂਦੇ ਆ ਸੜਕਾਂ ਦੇ ਚੋਰੀ, ਉਹਨਾਂ ਨੂੰ ਸਨਮਾਨਜਨਕ ਸਟੇਟਸ ਦਿਓ, ਤੁਸੀਂ ਆਓ ਭਾਈ ਅਸੀਂ ਤੁਹਾਨੂੰ 500 ਰੁਪਈਆ ਦੇਵਾਂਗੇ, ਨਾਲ ਕਿਰਾਇਆ ਦੇਵਾਂਗੇ, ਸਾਡੇ ਕੋਲੇ ਲਾ ਜਾਓ। ਕੋਈ ਹਾਈਟੈਕ ਮਸ਼ੀਨਰੀ ਦੀ ਲੋੜ ਨਹੀਂ ਹੈ, ਉਹਨੂੰ ਵਰਮਸ ਦੇ ਨਾਲ ਖਵਾ ਕੇ ਉਹਨੂੰ ਕਨਵਰਟ ਕਰਨਾ ਮੈਨਿਓਰ 'ਚ। ਠੀਕ ਹੈ। ਤੇ ਕਿੱਡਾ ਜ਼ਬਰਦਸਤ ਸਰੋਤ ਹੈ। ਉਹੀ ਖਾਦ ਤੁਹਾਡੀ 25% ਜਿਹੜੀ ਹੈਗੀ ਆ ਯੂਰੀਆ DAP ਦੀ ਰਿਡਕਸ਼ਨ ਹੋ ਜਾਣੀ ਹੈ ਉਸ ਲੋਕੈਲਿਟੀ ਦੀ। ਤਾਂ ਇੱਥੇ ਇਹਨਾਂ ਨੇ ਖਾ ਕੇ ਬਿੱਠਾ ਇੱਥੇ ਦੇ ਦਿੱਤੀਆਂ ਨਾ, ਤਾਂ ਮੇਰਾ ਨਿਊਟ੍ਰੀਸ਼ਨ ਇੱਥੇ ਹੀ ਪਿਆ। ਤਾਂ ਜਿੰਨੀ ਡਰੇਨੇਜ ਘਟਾ ਲਈਏ ਜੀ ਤਾਂ ਉਨਾ ਹੀ ਚੰਗਾ ਹੈ ਜੀ। ਮਹਿੰਗੇ ਵਿਆਹ ਛੱਡ ਦਈਏ? ਛੱਡਣੇ ਪੈਣੇ। ਵੱਡੀ ਗੱਡੀ ਛੱਡ ਦਈਏ? ਛੱਡਣੀ ਪੈਣੀ। ਮੁਕਤਸਰੀ ਕੁੜਤਾ ਪਜਾਮਾ ਛੱਡ ਦਈਏ? ਛੱਡਣਾ ਪੈਣਾ। ਹੋਰ ਕੋਈ ਰਸਤਾ ਨਹੀਂ ਹੈ, ਕੋਈ ਰਸਤਾ ਨਹੀਂ ਹੈ, ਕੌੜਾ ਸੱਚ ਹੈ। ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ TV ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, Apple TV ਜਾਂ ਹੋਰ ਕੋਈ ਵੀ ਸਮਾਰਟ TV ਹੈ ਤਾਂ ਪ੍ਰਾਈਮ ਏਸ਼ੀਆ TV ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ TV ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ TVs ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ, ਤੁਹਾਡੇ ਲਈ। ਸਟੂਡੀਓ ਤੋਂ ਖੇਤਾਂ ਤੱਕ ਦਾ ਸਫ਼ਰ ਤੈਅ ਕਰਨਾ ਬਹੁਤ ਵਧੀਆ ਲੱਗਦਾ, ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ। ਸਟੂਡੀਓ 'ਚ ਲਾਈਟਾਂ ਹੁੰਦੀਆਂ, ਕੁਰਸੀਆਂ ਹੁੰਦੀਆਂ, ਟੇਬਲ ਹੁੰਦਾ, ਆਲੇ ਦੁਆਲੇ ਸਾਜੋ ਸਮਾਨ ਬਹੁਤ ਸਾਰਾ ਹੁੰਦਾ, ਪਰ ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਆ, ਮਿੱਟੀ ਦੇ ਵਿੱਚੋਂ ਹੀ ਪੰਜਾਬ ਦੀ ਤਰੱਕੀ ਦੀ ਮਹਿਕ ਜਿਹੜੀ ਉਹ ਆ ਸਕਦੀ ਹੈ। ਖੇਤੀਬਾੜੀ ਪੰਜਾਬ 'ਚ ਸੋਹਣੀ ਸੁਰੱਖੀ ਹੁੰਦੀ ਸੀ। 1966 ਆਇਆ। 1966 ਦੀ ਹਰੀ ਕ੍ਰਾਂਤੀ ਨੇ ਪੰਜਾਬ ਨੂੰ ਪ੍ਰੋਡਕਸ਼ਨ ਬਹੁਤ ਦਿੱਤੀ, ਭਾਰਤ ਦੇ ਲੋਕਾਂ ਦਾ ਢਿੱਡ ਭਰਿਆ, ਪਰ ਉਹਦੇ ਤੋਂ 30-40 ਸਾਲ ਬਾਅਦ ਲੋਕਾਂ ਨੇ ਮੱਥੇ ਤੇ ਹੱਥ ਮਾਰ ਕੇ ਫਿਰ ਸੋਚਿਆ, ਵੇਖਿਆ, ਵਿਚਾਰਿਆ ਕਿ ਭਾਈ ਆ ਕੀਤਾ ਕੀ, ਖਾਦਾਂ ਬਹੁਤ ਪਾ ਲਈਆਂ, ਸਾਰਾ ਕੁਝ ਬਹੁਤ ਹੋ ਗਿਆ, ਪ੍ਰੋਡਕਸ਼ਨ ਵੱਧ ਗਈ, ਪਰ ਜ਼ਮੀਨ ਦੀ ਸਿਹਤ ਵੀ ਖਰਾਬ, ਆਪਣੀ ਸਿਹਤ ਵੀ ਖਰਾਬ। ਫਿਰ ਉਹਦੇ ਤੋਂ ਬਾਅਦ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਹੋਈਆਂ ਕਿ ਭਾਈ ਹੁਣ ਕਰੀਏ ਕੀ, ਸਿਹਤ ਲਈ ਕੀ ਚੰਗਾ, ਜ਼ਮੀਨ ਲਈ ਕੀ ਚੰਗਾ, ਸਾਡੇ ਪੰਜਾਬ ਲਈ ਕੀ ਚੰਗਾ। ਬਹੁਤ ਸਾਰੀਆਂ ਚੀਜ਼ਾਂ ਉੱਭਰ ਕੇ ਸਾਹਮਣੇ ਆਈਆਂ ਤੇ ਅੱਜ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸੂਹਾ ਜਿਹਾ ਫੁੱਲ ਪੰਜਾਬ ਦੇ ਵਿੱਚ ਲਗਾਤਾਰ ਹੁਣ ਖਿੜਨ ਲੱਗਿਆ, ਜਿਹਦੀ ਗੱਲ ਬਾਰ-ਬਾਰ ਹੋਣ ਲੱਗੀ ਹੈ, ਉਹਦੀ ਚਰਚਾ ਕਰਾਂਗੇ ਕਿ ਕੀ ਪੰਜਾਬ ਬਚ ਸਕਦਾ, ਪੰਜਾਬ ਦੀ ਭੂਮੀ, ਪੰਜਾਬ ਦੀਆਂ ਫਸਲਾਂ, ਸਾਡੀ ਸਿਹਤ, ਸਾਡੇ ਪਸ਼ੂਆਂ ਦੀ ਸਿਹਤ, ਸਾਰਾ ਕੁਝ, ਸਾਡਾ ਵਾਤਾਵਰਣ।
ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਦੇਖ ਰਹੇ ਹੋ ਤੁਸੀਂ ਪ੍ਰਾਈਮ ਏਸ਼ੀਆ ਟੀਵੀ। ਇਸ ਵੇਲੇ ਅਸੀਂ ਸੋਹਣਗੜ੍ਹ ਨੈਚੁਰਲ ਫਾਰਮ ਦੇ ਵਿੱਚ ਆ, ਕੁਦਰਤੀ ਖੇਤੀ ਵਾਲੇ ਫਾਰਮ ਦੇ ਵਿੱਚ, ਤੇ ਕਮਲਜੀਤ ਸਿੰਘ ਹੇਰ ਸਾਹਿਬ ਸਾਡੇ ਨਾਲ ਨੇ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਠੀਕ ਠਾਕ ਹੋ? ਬਹੁਤ ਵਧੀਆ ਜੀ। ਕਹਿ ਕਿੰਨੇ ਸਾਲ ਹੋ ਗਏ? 2013 ਤੋਂ ਸਟਾਰਟ ਕੀਤਾ ਸੀ, 2000 ਚ ਵਕਾਲਤ ਸ਼ੁਰੂ ਕੀਤੀ। ਠੀਕ ਹੈ ਜੀ। ਤੇ 2000 ਚ ਵਕਾਲਤ ਸ਼ੁਰੂ ਕਰਕੇ ਸਭ ਕੁਝ ਠੀਕ ਠਾਕ ਚੱਲਦਾ ਰਿਹਾ। ਪਰਮਾਤਮਾ ਨੇ, ਕੁਦਰਤ ਨੇ ਚੰਗਾ ਸਭ ਕੁਝ ਪਰਿਵਾਰ ਦੇ ਵਿੱਚ ਜਨਮ ਦਿੱਤਾ ਸੀ। 50 ਕਿੱਲੇ ਜ਼ਮੀਨ ਸੀ ਤੇ ਬੜੀ ਗਰਮੀ ਲੱਗਦੀ ਸੀ ਖੇਤਾਂ ਦੇ ਵਿੱਚ। ਠੀਕ ਹੈ ਜੀ। ਤਾਂ ਸਭ ਕੁਝ ਠੀਕ ਠਾਕ ਚੱਲਦਾ ਰਿਹਾ। 1996 ਛੋਟਾ ਭਰਾ ਬ੍ਰੇਨ ਟਿਊਮਰ ਨਾਲ ਚਲਾ ਗਿਆ। ਠੀਕ ਹੈ ਜੀ। 2012 ਦੇ ਵਿੱਚ ਬਾਪ ਚਲਾ ਗਿਆ। 2006 ਚ ਬਾਪ ਚਲਾ ਗਿਆ 53 ਸਾਲ ਦੀ ਉਮਰ ਚ ਹਾਰਟ ਅਟੈਕ ਨਾਲ। ਪਰਿਵਾਰ ਦੇ ਵਿੱਚ 2 ਮੌਤਾਂ ਦੇਖੀਆਂ ਗੈਰ ਕੁਦਰਤੀ। ਠੀਕ ਹੈ ਜੀ। ਇਹਨਾਂ ਨੂੰ ਜਦੋਂ ਡੂੰਘਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਖੇਤੀ ਖੁਰਾਕ ਤੇ ਸਿਹਤ ਦਾ ਬਹੁਤ ਗਹਿਰਾ ਸੰਬੰਧ ਹੈ। ਸਾਡੀ ਖੇਤੀ ਖੁਰਾਕ ਤੇ ਸਿਹਤ, ਸਾਡੀ ਸਿਹਤ ਵੈਸੀ ਹੋਣੀ ਹੈ ਜੈਸੀ ਸਾਡੀ ਖੁਰਾਕ ਹੈ, ਤੇ ਖੁਰਾਕ ਵੈਸੀ ਹੋਣੀ ਹੈ ਜੈਸੀ ਸਾਡੀ ਖੇਤੀ ਹੈ। ਠੀਕ ਹੈ ਜੀ। ਵਕਾਲਤ ਕਰਦਾ ਸੀ, 2000 ਚ ਵਕਾਲਤ ਸ਼ੁਰੂ ਕੀਤੀ ਸੀ। 2013 ਚ ਪਹੁੰਚਦੇ ਵਕਾਲਤ 1.5-2 ਲੱਖ ਰੁਪਏ ਮਹੀਨੇ ਦੀ ਹੋ ਗਈ। ਠੀਕ ਹੈ। ਜਦੋਂ ਸਮਝ ਲੱਗਿਆ ਕਿ ਇਹ ਪੈਸਾ ਸਭ ਕੁਝ ਨਹੀਂ ਹੈ, ਇਹ ਸਿਹਤ ਪੈਸੇ ਨਾਲ ਨਹੀਂ ਮਿਲਣੀ, ਤਾਂ ਤੁਹਾਨੂੰ ਵਾਪਸ ਜਿਹੜਾ ਹੈਗਾ ਖੇਤੀ ਤੇ ਕੰਮ ਕਰਨਾ ਪੈਣਾ, ਖੁਰਾਕ ਤੇ ਕੰਮ ਕਰਨਾ ਪੈਣਾ। ਤਾਂ 2013 ਦੇ ਵਿੱਚ ਇੱਥੇ ਖੇਤਾਂ 'ਚ ਆ ਗਿਆ। 20 ਏਕੜ ਦੇ ਖੇਤ ਦੇ ਵਿੱਚ ਇੱਕ ਬਹੁਤ ਵੱਡਾ ਪੰਗਾ ਸ਼ੁਰੂ ਕਰ ਲਿਆ ਜੀ ਕਿ ਇੱਕ ਬਦਲਵੀਂ ਖੇਤੀ ਕਰੂੰਗਾ, ਹਵਾ ਦੀ ਵਿਪਰੀਤ ਚੱਲੂਗਾ, ਉਲਟ ਚੱਲੂਗਾ। ਤਾਂ 2013 ਦੇ ਵਿੱਚ ਡਾਕਟਰ ਓਮ ਪ੍ਰਕਾਸ਼ ਰੁਪੇਲਾ, ਮੇਰੇ ਗੁਰੂ, ਐਕਰੀਸੈਟ ਹੈਦਰਾਬਾਦ ਦੇ ਵਿੱਚ, ਉਹਨਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਇੱਥੇ ਆ ਕੇ 20 ਏਕੜ ਸ਼ੁਰੂ ਕਰ ਲਿਆ। 13 ਤੋਂ 15 ਤੱਕ ਦੋਨੋਂ ਕੰਮ ਕਰਦਾ ਰਿਹਾ, ਖੇਤੀ ਵੀ ਵਕਾਲਤ ਵੀ। 15 ਚ ਐਂ ਲੱਗਿਆ ਕਿ ਕੰਮ ਛੱਡਣਾ ਪੈਣਾ, ਜਾਂ ਤਾਂ ਵਕਾਲਤ ਛੱਡ ਦਿਆਂ ਜਾਂ ਖੇਤੀ ਛੱਡ ਦਿਆਂ। 2 ਬੇੜੀਆਂ ਚੌਖਾ। ਹਾਂ, ਔਖਾ ਹੈ। ਤਾਂ 15 ਦੇ ਵਿੱਚ ਆ ਕੇ ਵਕਾਲਤ ਛੱਡਤੀ। ਜਦੋਂ ਛੱਡ ਕੇ ਆਇਆ 1.5-2 ਲੱਖ ਰੁਪਏ ਮਹੀਨੇ ਦੀ ਵਕਾਲਤ ਸੀ। ਹੁਣ 1.5-2 ਲੱਖ ਰੁਪਏ ਮਹੀਨੇ ਦੀ ਵਕਾਲਤ ਛੱਡ ਕੇ ਆ ਕੇ ਬੰਦਾ ਖੇਤਾਂ ਦੇ ਵਿੱਚ ਜ਼ੀਰੋ ਤੋਂ ਸਟਾਰਟ ਕਰੂਗਾ। ਲੋਕਾਂ ਨੇ ਪਾਗਲ ਕਹਿਣਾ ਜਾਇਜ਼ ਹੈ, ਉਹ ਵੀ ਆਪਣੀ ਥਾਂ ਤੇ ਜਾਇਜ਼ ਹੈ, ਕੋਈ ਗਿਲਾ ਨਹੀਂ ਹੈ ਕਿਸੇ ਨਾਲ। ਮੇਰੀ ਦਿਸ਼ਾ, ਮੈਂ ਉਲਟ ਸੋਚਦਾ ਹੈਗਾ, ਤਾਂ ਜੋ ਸਮਾਜ ਸੋਚਦਾ ਮੈਂ ਉਹਦੇ ਹਿਸਾਬ ਨਾਲ ਨਹੀਂ ਸੋਚਦਾ। ਜੋ ਮੇਰੀ ਸਮਝ ਬਣੀ ਸੀ ਉਸ ਸਮੇਂ ਕਿ ਤੁਹਾਨੂੰ ਜ਼ਹਿਰ ਮੁਕਤ ਭੋਜਨ ਬਚਾ ਲੂਗਾ। ਠੀਕ ਹੈ। ਪਰ ਅੱਜ ਜਿੱਥੇ ਆ ਕੇ ਮੈਂ ਪਹੁੰਚਿਆ ਹੈਗਾ, 10 ਸਾਲ ਹੋ ਗਏ ਮੈਨੂੰ, 10 ਸਾਲਾਂ ਤੋਂ ਬਾਅਦ ਇੱਥੇ ਆ ਕੇ ਪਹੁੰਚਿਆ ਹੈਗਾ ਕਿ ਬੜੀ ਕੰਟਰੋਵਰਸ਼ੀਅਲ ਸਟੇਟਮੈਂਟ ਦੇਣ ਲੱਗਿਆ ਕਿ ਜ਼ਹਿਰ ਮੁਕਤ ਭੋਜਨ ਤੁਹਾਨੂੰ ਨਹੀਂ ਬਚਾ ਸਕਦਾ। ਅੱਛਾ, ਜ਼ਹਿਰ ਮੁਕਤ ਭੋਜਨ ਨਹੀਂ ਬਚਾ ਸਕਦਾ। ਸਿਰਫ ਜ਼ਹਿਰ ਮੁਕਤ, ਸਿਰਫ ਨਾਲ ਸ਼ਬਦ ਰਹਿ ਗਿਆ, ਸਿਰਫ ਜ਼ਹਿਰ ਮੁਕਤ ਭੋਜਨ ਤੁਹਾਨੂੰ ਨਹੀਂ ਬਚਾ ਸਕਦਾ। ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਪਹੁੰਚ ਗਏ ਹਾਂ, ਉਹ ਹਾਲਾਤ ਬਹੁਤ ਭਿਆਨਕ ਨੇ ਜੀ, ਬਹੁਤ ਵਿਸਫੋਟਕ ਨੇ। ਠੀਕ ਹੈ, ਉਹਨਾਂ ਦੇ ਬਾਬਤ ਆਪਾਂ ਹੁਣ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ ਕਿ ਸਾਡੀ ਮਿੱਟੀ ਮਰ ਗਈ ਹੈ। ਇਸ ਮਿੱਟੀ ਮਰ ਗਈ, ਇਸ ਮਰੀ ਹੋਈ ਮਿੱਟੀ ਦੇ ਉੱਤੇ ਚਾਹੇ ਜ਼ਹਿਰ ਉਗਾ ਕੇ ਪਾ ਕੇ ਉਗਾ ਲਓ, ਚਾਹੇ ਬਿਨਾਂ ਜ਼ਹਿਰ ਤੋਂ ਉਗਾ ਲਓ, ਹਾਲਾਤ ਬਹੁਤ ਭਿਆਨਕ ਨੇ। 3 ਸਵਾਲ ਨੇ ਮੇਰੇ ਛੋਟੇ ਛੋਟੇ। ਪਹਿਲਾਂ ਤਾਂ ਕੀ ਪੰਜਾਬ ਦੇ ਵਿੱਚ ਕੁਦਰਤੀ ਖੇਤੀ ਕਰਕੇ ਰੋਟੀ ਖਾਣੀ ਸੰਭਵ ਹੈ? ਸੰਭਵ ਹੈ ਕਿ ਨਹੀਂ ਸੰਭਵ? ਇਸ ਸਮੇਂ ਹਾਲਾਤ ਔਖੇ ਨੇ, ਨਹੀਂ ਸੰਭਵ। ਅੱਛਾ, ਕੱਲੀ ਕੁਦਰਤੀ ਖੇਤੀ 'ਚ ਰੋਟੀ ਨਹੀਂ ਖਾਧੀ ਜਾ ਸਕਦੀ? ਨਹੀਂ ਖਾਧੀ ਜਾ ਸਕਦੀ। ਦੂਸਰੀ ਗੱਲ, ਜਿਹੜਾ ਹੁਣ ਤੁਸੀਂ ਨਵਾਂ ਕਨਸੈਪਟ ਦੇਣ ਲੱਗੇ ਹੋ ਕਿ ਭਾਈ ਕੱਲੀ ਕੁਦਰਤੀ ਖੇਤੀ ਦੇ ਨਾਲ, ਕੱਲੇ ਚੰਗੇ ਭੋਜਨ ਦੇ ਨਾਲ, ਇਹ 10 ਸਾਲ ਖੇਤੀ ਕਰਕੇ ਮਹਿਸੂਸ ਹੋਇਆ? ਬਿਲਕੁਲ ਬਿਲਕੁਲ ਮਹਿਸੂਸ ਹੋਇਆ। ਮੈਂ ਤੁਹਾਨੂੰ ਇੱਕ ਛੋਟੀਆਂ ਸੌਖੀਆਂ ਉਦਾਹਰਨਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜੀ। ਤੁਸੀਂ ਇੱਕ ਟਰੇ ਲੈ ਲਓ, ਉਦਾਹਰਨ ਨਾਲ ਸੌਖਾ ਸਮਝ ਜਾਂਦਾ ਹੈ। ਇੱਕ ਟਰੇ ਲੈ ਲਓ 3x10 ਦੀ ਜੀ, ਉਹਨੂੰ ਅਸੀਂ ਟਰੇ ਨੰਬਰ 1 ਮਾਰਕ ਕਰਦੇ ਹਾਂ। ਠੀਕ ਹੈ। ਠੀਕ ਹੈ, ਉਹਦੇ ਟਰੇ ਦੇ ਵਿੱਚ ਅਸੀਂ ਸਭ ਤੋਂ ਫਰਟਾਈਲ ਲੈਂਡ ਪਾ ਲੈਂਦੇ ਹਾਂ, ਉਪਜਾਊ ਮਿੱਟੀ। ਉਪਜਾਊ ਮਿੱਟੀ ਕਿਹਨੂੰ ਕਿਹਾ ਜਾਂਦਾ ਹੈ? ਜਿਹੜੀ ਮਿੱਟੀ ਨਹਿਰ ਦੀ ਪੋਣ ਹੈ, ਪਾਣੀ ਦੇ ਨਾਲ ਘੁਲ ਕੇ ਆਉਂਦੀ ਹੈ। ਅਸੀਂ ਉਹ ਮਿੱਟੀ ਪਾ ਲਈ 1 ਫੁੱਟ ਉੱਚੀ, 3 ਫੁੱਟ ਬਾਏ 10 ਫੁੱਟ ਦੀ, 30 ਸਕੁਅਰ ਫੁੱਟ ਹੋ ਗਿਆ। ਉਹਦੇ ਵਿੱਚ ਹੁਣ ਅਸੀਂ ਫਸਲ ਬੀਜਤੀ ਕਣਕ। ਠੀਕ ਹੈ। ਪਹਿਲੇ ਸੀਜ਼ਨ ਹਾੜੀ ਦੇ ਵਿੱਚ ਕਣਕ ਬੀਜਤੀ। ਕਣਕ ਦੀ ਪ੍ਰੋਡਕਸ਼ਨ ਸਾਨੂੰ ਉੱਥੋਂ ਹੋਣੀ ਹੈਗੀ ਹੈ 15 ਕਿਲੋ, 30 ਸਕੁਅਰ ਫੁੱਟ ਦੇ ਵਿੱਚ। ਉਦੋਂ ਬਾਅਦ ਉੱਥੇ ਅਸੀਂ ਲਾਤੀ ਮੱਕੀ ਸਾਉਣੀ ਦੇ ਵਿੱਚ। ਮੱਕੀ ਦੀ ਪ੍ਰੋਡਕਸ਼ਨ ਹੋ ਜਾਣੀ ਹੈ ਸਾਨੂੰ ਉੱਥੋਂ 10 ਕਿਲੋ। ਸਾਲ ਬੀਤ ਗਿਆ, ਉਦੋਂ ਬਾਅਦ ਦੁਬਾਰਾ ਜਦੋਂ ਅਸੀਂ ਉੱਥੇ ਕਣਕ ਲਾਵਾਂਗੇ, ਹੁਣ ਮੈਂ ਤੁਹਾਨੂੰ ਸਵਾਲ ਕਰਦਾ, ਕੀ ਕਣਕ ਦੀ ਪੈਦਾਵਾਰ ਓਨੀਓ ਹੀ ਹੋਊਗੀ ਉਸ ਟਰੇ ਦੇ ਵਿੱਚੋਂ? ਨਹੀਂ ਹੋਊਗੀ ਜੀ, ਉੱਥੋਂ ਘਟ ਜਾਣੀ ਹੈ। ਠੀਕ ਹੈ, ਜਦੋਂ ਮੱਕੀ ਬੀਜਾਂਗੇ ਉਦੋਂ ਹੋਰ ਘਟ ਜਾਣੀ ਹੈ। ਜਦੋਂ ਤੀਸਰਾ ਸਾਲ ਆਊਗਾ, ਉੱਥੇ ਜਦੋਂ ਕਣਕ ਬੀਜਾਂਗੇ ਨਾ ਮਾਤਰ ਕਣਕ ਹੋਊਗੀ। ਕਿਉਂ? ਕਿਉਂਕਿ ਉਸ ਮਿੱਟੀ ਦੇ ਵਿੱਚ ਜਿਹੜੇ ਖੁਰਾਕੀ ਤੱਤ ਸੀ, ਉਹ ਖੁਰਾਕੀ ਤੱਤ ਕਣਕ ਤੇ ਮੱਕੀ ਦੇ ਰੂਪ ਦੇ ਵਿੱਚ ਅਸੀਂ ਕੱਢ ਲਏ ਤੇ ਵਾਪਸ ਕੁਝ ਪਾਇਆ ਨਹੀਂ। ਠੀਕ ਹੈ, ਹੁਣ ਮਿੱਟੀ ਰਹਿ ਗਈ ਇਕੱਲੀ, ਉਹਦੇ ਵਿੱਚ ਖੁਰਾਕੀ ਤੱਤ ਨਹੀਂ ਹੈਗੇ। ਠੀਕ ਹੈ, ਇਹ ਉਦਾਹਰਣ ਇੱਕ ਜਿਹੜੀ ਦਿੱਤੀ ਸੀ ਮੈਂ, ਇਹ ਉਦਾਹਰਣ ਸੀ ਜਿਹੜੀ ਐਟ ਪ੍ਰੈਜ਼ੈਂਟ ਸਿਨੈਰੀਓ ਹੈ ਪੰਜਾਬ ਦਾ। ਹੁਣ ਦੂਸਰੀ ਉਦਾਹਰਣ ਦਿੰਦਾ। ਤੁਸੀਂ ਕਹੋਗੇ ਕਿ ਯਾਰ ਖੁਰਾਕੀ ਤੱਤ ਹੋਣੀ ਮੁੱਕ ਗਏ। ਖੇਤੀ ਤਾਂ ਜਦੋਂ ਦਾ ਮਨੁੱਖ ਸਮਾਜ ਦੇ ਵਿੱਚ ਰਹਿੰਦਾ ਆਇਆ ਉਦੋਂ ਦੀ ਖੇਤੀ ਹੁੰਦੀ ਹੈ, ਉਦੋਂ ਤਾਂ ਮੁੱਕੇ ਨਾ, ਹੁਣ ਕਿਉਂ ਮੁੱਕ ਗਏ? ਠੀਕ ਹੈ, ਹੁਣ ਤੱਕ ਦੂਸਰੀ ਉਦਾਹਰਨ ਦਿੰਦਾ। 3x10 ਦੀ ਇੱਕ ਟਰੇ ਲੈ ਲਈ,
ਠੀਕ ਹੈ। 3x10 ਦੀ ਟਰੇ ਦੇ ਵਿੱਚ 30 ਸਕੁਅਰ ਫੁੱਟ ਬਣ ਗਿਆ, ਫੁੱਟ ਮਿੱਟੀ ਪਾ ਲਈ, ਉਹੀ ਫਰਟਾਈਲ ਮਿੱਟੀ ਪਾ ਲਈ। ਇਸ ਮਿੱਟੀ ਦੇ ਵਿੱਚ ਹੁਣ ਅਸੀਂ ਸਾਉਣੀ ਦੇ ਵਿੱਚ ਜਿਹੜਾ ਹੈਗਾ ਲੋਬੀਆ ਬੀਜਤਾ, ਚੌਲੇ। ਠੀਕ ਹੈ। ਹਾੜੀ ਦੇ ਵਿੱਚ ਉਹਦੇ ਵਿੱਚ ਬੀਜਤੀ ਸੀ ਪਾਲਕ। ਦੋਨੋਂ ਹੀ ਫਸਲਾਂ ਕੱਟ ਕੇ 5 ਮੁਰਗੀਆਂ ਰੱਖੀਆਂ, 5 ਮੁਰਗੀਆਂ ਨੂੰ ਖਵਾਤੀਆਂ ਤੇ ਮੁਰਗੀਆਂ ਦੀਆਂ ਬਿੱਠਾਂ ਚੱਕ ਕੇ ਫਿਰ ਇੱਥੇ ਪਾਤੀਆਂ। ਠੀਕ ਹੈ। ਅਗਲੇ ਸਾਲ ਜਦੋਂ ਬੀਜੋਗੇ ਇਹਦੀ ਪੈਦਾਵਾਰ ਘਟੂਗੀ? ਨਹੀਂ ਘਟਣੀ। ਜਿੰਨਾ ਕੱਢਿਆ ਸੀ ਗਿਆ ਬਿੱਠਾਂ ਦੇ ਰਾਹੀਂ ਵਾਪਸ ਫਿਰ ਦੇਤਾ, ਸਦਾ ਹੀ ਚੱਲਦਾ ਰਹੂਗਾ। ਇਸ ਟਰੇ ਦੇ ਵਿੱਚ ਜਿੰਨੀ ਮਰਜ਼ੀ ਪਾਲਕ ਬੀਜੀ ਜਾਓ, ਜਿੰਨੀ ਮਰਜ਼ੀ ਲੋਬੀਆ ਬੀਜ ਕੇ ਕੱਢੀ ਚਲੋ, ਵਾਪਸ ਬਿੱਠਾਂ ਵਾਪਸ ਪਾਈ ਜਾਣੀ ਹੈ। ਕੋਈ ਯੂਨੀਵਰਸਿਟੀ ਜਾਂ ਹੋਰ ਮਾਹਿਰ ਤੁਹਾਡੇ ਇਸ ਕਨਸੈਪਟ ਦੇ ਨਾਲ ਜਾਂ ਤੁਹਾਡੀ ਇਸ ਤੁਸੀਂ ਕਿਹਾ ਵਿਸਫੋਟਕ ਸਥਿਤੀ ਹੈ, ਹਾਂ, ਕਦੇ ਉਹਨਾਂ ਦੇ ਨਾਲ ਚਰਚਾ ਹੋਈ, ਕੋਈ ਸਹਿਮਤ ਹੈ? ਸਾਰੇ ਸਹਿਮਤ ਹੈ, ਪਰ ਉਹ ਪਬਲਿਕਲੀ ਨਹੀਂ ਬੋਲਣਗੇ। ਜਦੋਂ ਰਿਟਾਇਰ ਹੋ ਜਾਣਗੇ ਸਾਰੇ ਹੀ ਕਹਿਣਗੇ। ਅੱਛਾ, ਉੱਦਾਂ ਸਹਿਮਤ ਨੇ? ਸਾਰਿਆਂ ਨੂੰ ਪਤਾ ਹੈ, ਸਭ ਨੂੰ ਪਤਾ ਹੈ। ਰੋਟੀ ਖਾਂਦਿਆਂ ਗੱਲ ਕਰਦੇ ਆ, ਸਭ ਨੂੰ ਪਤਾ ਹੈ, ਸਭ ਨੂੰ ਪਤਾ ਹੈ। ਜਿਹੜੀ ਕੰਡੀਸ਼ਨ ਪੰਜਾਬ ਦੀ ਹੋਈ ਪਈ ਹੈ, ਵੈਸੇ ਤਾਂ ਵਰਲਡ ਵਾਈਡ ਹੈ, ਇਕੱਲਾ ਪੰਜਾਬ ਨਹੀਂ ਹੈ। ਸਾਰੇ ਵਰਲਡ ਦੀ ਜਿਹੜੀ ਕੰਡੀਸ਼ਨ ਸਾਡੀ ਸੋਇਲ ਦੀ ਹੋਈ ਪਈ ਹੈ, ਉਹ ਕਿਸੇ ਨੂੰ ਗੁੱਝੀ ਨਹੀਂ ਹੈਗੀ। ICAR ਦੀ ਜਿਹੜੀ ਹੈਗੀ ਹੈ ਹੁਣ ਰਿਪੋਰਟ ਪਰਸੋਂ ਚੌਥੇ ਜਿੱਦਣ ਲੋਕ ਮਿਲਣੀ ਹੋਈ, ਮੈਂ ਤਾਂ ਪੋਸਟ ਵੀ ਪਾਈ ਸੀਗੀ, ਤੇ ਉਹਦੇ ਤੇ ਉਹਨਾਂ ਨੇ ਕਿਹਾ ਹੈਗਾ ਕਿ 35 ਤੋਂ 70% ਜਿਹੜਾ ਹੈਗਾ ਕਾਰਬਨ ਕੰਟੈਂਟ ਖਤਮ ਹੋ ਗਿਆ ਮਿੱਟੀ ਦੇ ਵਿੱਚੋਂ। 3% ਕਾਰਬਨ ਕੰਟੈਂਟ ਸੀ ਸਾਡੀ ਸੋਇਲ ਦੇ ਵਿੱਚ ਜਿੱਦਣ ਗ੍ਰੀਨ ਰੈਵੋਲੂਸ਼ਨ ਆਇਆ ਸੀ। ਠੀਕ ਹੈ ਜੀ। ਉਹਦੇ ਤੋਂ ਘਟ ਕੇ ਅਸੀਂ 0.25 ਤੇ ਆ ਗਏ ਹਾਂ। 0.25 ਤੇ ਉਹ ਜਿਹੜਾ 0.10 ਲਾਸਟ ਲਿਮਿਟ ਹੈ। ਉਸ ਤੋਂ ਬਾਅਦ ਜਿੰਨਾ ਮਰਜ਼ੀ ਯੂਰੀਆ ਪਾ ਲਿਓ ਜੇ, ਫਿਰ ਵੀ ਪੈਦਾਵਾਰ ਨਹੀਂ ਹੋਣੀ। ਅੱਜ ਦੇ ਜਿਹੜੇ ਹਾਲਾਤ ਨੇ ਪੰਜਾਬ ਦੇ, ਅੱਜ ਜਿਹੜਾ ਇਹ ਪਸਾਰਾ ਦਿਖ ਰਿਹਾ ਨਾ ਸਾਨੂੰ, ਜਦੋਂ ਮੈਂ ਕਹਿੰਦਾ ਕਿ ਫੂਡ ਸ਼ਾਰਟੇਜ ਆ ਗਈ, ਤਾਂ ਫੂਡ ਸ਼ਾਰਟੇਜ ਦੀ ਜਦੋਂ ਗੱਲ ਕਰਦੇ ਹੈਗੇ ਆ ਤਾਂ ਉਦੋਂ ਲੋਕਾਂ ਦਾ ਹੁੰਦਾ ਯਾਰ ਫੂਡ ਸ਼ਾਰਟੇਜ ਕਿੱਥੇ ਆ ਗਈ, ਇੰਨੀਆਂ ਫਸਲਾਂ ਖੜੀਆਂ, ਮਾਲ ਭਰੇ ਪਏ ਨੇ, ਰੇਹੜੀਆਂ ਭਰੀਆਂ ਪਈਆਂ, ਸਾਰਾ ਕੁਝ। ਇਹ ਜਿਹੜਾ ਪਸਾਰਾ ਦਿਖ ਰਿਹਾ ਨਾ ਸਾਰਾ, ਇਹ ਸਾਰਾ ਪਸਾਰਾ NPK ਦਾ ਹੈ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਦਾ ਘੋਲ ਹੈ। ਇਹਦੇ ਵਿੱਚ ਚੌਥਾ ਤੱਤ ਨਹੀਂ ਹੈਗਾ। ਉਹ ਸਿਰਫ 3 ਹੀ ਚੀਜ਼ਾਂ ਨੇ ਸਾਰੀਆਂ। ਇੱਕ ਹੋਰ ਤੁਹਾਨੂੰ ਉਦਾਹਰਨ ਨਾਲ ਸਮਝਾਉਣਾ ਜੀ। ਮੇਰੇ ਮਾਮੇ ਦਾ ਮੁੰਡਾ ਜਿਹੜਾ ਹੈਗਾ ਮੈਥੋਂ 5 ਸਾਲ ਛੋਟਾ ਹੈ। ਠੀਕ ਹੈ ਜੀ। ਉਹ ਥੋੜੇ ਦਿਨ ਹੋਏ ਉਹਦਾ ਲਾਂਭਾ ਮਿਲਿਆ ਮੈਨੂੰ ਕਹਿੰਦਾ ਬਾਈ ਮਿਲ ਕੇ ਜਾਈ। ਤਾਂ ਮੈਂ ਉਹਦੇ ਕੋਲੇ ਗਿਆ, ਮੈਨੂੰ ਕਹਿੰਦਾ ਵੀ ਤੂੰ ਗੱਲਾਂ ਕਰਦਾ ਰਹਿਣਾ, ਆਰਗੈਨਿਕ ਖੇਤੀ ਕਰੋ। ਮੈਂ ਤਾਂ ਆਰਗੈਨਿਕ ਖੇਤੀ ਕਰਦਾ ਸੀਗਾ ਤੇ ਗਾਂ ਰੱਖੀ ਸੀ ਇੱਕ, ਉਹਨੂੰ ਆਰਗੈਨਿਕ ਪੱਠੇ ਪਾਉਂਦਾ ਸੀ ਤੇ ਮੇਰੇ ਰੀੜ੍ਹ ਦੀ ਹੱਡੀ ਗਲ ਗਈ, ਮੇਰਾ ਆਪਰੇਸ਼ਨ ਹੋਇਆ। ਤਾਂ ਮੈਂ ਕਿਹਾ ਕਾਰਨ ਕੀ ਬਣਿਆ, ਡਾਕਟਰ ਕੀ ਦੱਸਦੇ ਆ? ਕਹਿੰਦਾ ਡਾਕਟਰ ਕਹਿੰਦੇ ਕਿ ਕੈਲਸ਼ੀਅਮ ਘਟ ਗਿਆ। ਅੱਛਾ। ਤਾਂ ਕਹਿੰਦਾ ਬਾਈ ਮੈਂ ਤਾਂ ਤੇਰੇ ਕਹਿਣ ਦੇ ਉੱਤੇ ਆਰਗੈਨਿਕ ਖੇਤੀ ਵੀ ਕਰ ਲਈ ਸੀ। ਹੁਣ ਮੈਂ ਉਹਨੂੰ ਜਵਾਬ ਦਿੱਤਾ, ਮਨਜੀਤ ਮੈਂ ਕਿਹਾ ਦੇਖ ਤੈਨੂੰ ਇਹ ਤਾਂ ਕਲੀਅਰ ਆ ਨਾ, ਇੱਕ ਤੱਤ ਦੀ ਗੱਲ ਕਰਦੇ ਆ ਕੈਲਸ਼ੀਅਮ, ਚਲੋ ਬਾਕੀ ਤੱਤ 100 ਦੇ ਨੇੜੇ ਨੇ ਜਿਹੜੇ ਸਾਰੇ ਚਾਹੀਦੇ ਨੇ, 100 ਇਕੱਲੇ ਕੈਲਸ਼ੀਅਮ ਦੀ ਗੱਲ ਕਰਦੇ ਆ। ਕੈਲਸ਼ੀਅਮ ਤੈਨੂੰ ਜਿਹੜਾ ਹੈਗਾ ਪਤਾ ਹੈਗਾ ਕਿ ਹੱਡੀਆਂ ਵਾਸਤੇ ਕੈਲਸ਼ੀਅਮ ਚਾਹੀਦਾ? ਕਹਿੰਦਾ ਹਾਂ। ਤਾਂ ਕੈਲਸ਼ੀਅਮ ਆਪਾਂ ਨੂੰ ਇਹ ਵੀ ਪਤਾ ਹੈਗਾ ਕਿ ਦੁੱਧ ਵੱਡਾ ਸਰੋਤ ਹੈ ਕੈਲਸ਼ੀਅਮ ਦਾ। ਕਹਿੰਦਾ ਹਾਂ। ਹੁਣ ਦੁੱਧ ਦੇ ਵਿੱਚ ਕੈਲਸ਼ੀਅਮ ਕਿੱਥੋਂ ਆਉਣਾ ਹੈ? ਗਾਂ ਨੇ, ਗਾਂ ਦੇ ਅੰਦਰ ਕੋਈ ਫੈਕਟਰੀ ਲੱਗੀ ਹੈ? ਕਹਿੰਦਾ ਨਹੀਂ, ਉਹਨੇ ਜੋ ਖਾਣਾ ਉਹੀ ਕੱਢਣਾ ਜੀ। ਠੀਕ ਹੈ, ਜੋ ਖਾਊਗੀ। ਹੁਣ ਪੱਠਿਆਂ ਦੇ ਵਿੱਚ ਫੈਕਟਰੀ ਲੱਗੀ ਹੈ ਬਰਸੀਮ ਦੇ ਜਾਂ ਜਵਾਰ ਦੇ ਵਿੱਚ? ਨਹੀਂ, ਮਿੱਟੀ ਚੋਂ ਲੈਣੇ ਨੇ ਨਾ। ਤੇ ਭਾਈ ਜਦੋਂ ਮਿੱਟੀ ਦੇ ਵਿੱਚੋਂ ਕੈਲਸ਼ੀਅਮ ਮੁੱਕ ਗਿਆ ਤਾਂ ਗਾਂ ਨੂੰ ਕਾਹਦਾ ਦੋਸ਼ ਵਿਚਾਰੀ ਨੂੰ? ਹੁਣ ਦੁੱਧ ਨੂੰ ਕਾਹਦਾ ਦੋਸ਼ ਸਾਡਾ? ਹੁਣ ਮਿੱਟੀ ਚੋਂ ਕੈਲਸ਼ੀਅਮ ਮੁੱਕ ਗਿਆ। ਤਾਂ ਫਿਰ ਮੇਰਾ ਮੁਕਤਸਰ ਕੋਈ ਜਾਣਕਾਰ ਹੈਗਾ, ਉਹ ਪੈਸਟੀਸਾਈਡ ਦਾ ਕੰਮ ਕਰਦਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕੀ ਸਟੇਟਸ ਹੈ ਅੱਜ ਕੱਲ੍ਹ ਕੈਲਸ਼ੀਅਮ ਦਾ? ਉਹ ਕਹਿੰਦਾ ਬਾਈ ਮੇਰਾ ਕੈਲਸ਼ੀਅਮ ਬਹੁਤ ਵਿਕਣ ਲੱਗ ਪਿਆ, ਕੈਲਸ਼ੀਅਮ ਮੇਰਾ ਬੋਰਾਨ ਬਹੁਤ ਵਿਕਣ ਲੱਗ ਪਿਆ, ਮੈਗਨੀਸ਼ੀਅਮ ਬਹੁਤ ਵਿਕਣ ਲੱਗ ਪਿਆ। ਹੁਣ ਤਾਂ ਕਹਿੰਦਾ ਮੈਂ ਆਪਣੀ ਲਾਈਨ ਚੇਂਜ ਕਰਨ ਬਾਰੇ ਸੋਚ ਰਿਹਾ ਕਿ ਪੈਸਟੀਸਾਈਡ ਵੇਚਣ ਦੀ ਲੋੜ ਨਹੀਂ, ਤੁਸੀਂ ਜਿਹੜੇ ਹੈਗੇ ਨਿਊਟ੍ਰੀਐਂਟਸ ਵੇਚੋ। ਨਿਊਟ੍ਰੀਐਂਟਸ ਮੁੱਕ ਗਏ ਮਿੱਟੀ ਦੇ ਵਿੱਚੋਂ, ਸਾਡੀ ਟੌਪ ਸੋਇਲ ਦੇ ਵਿੱਚੋਂ ਨਿਊਟ੍ਰੀਐਂਟ ਡਰੇਨ ਹੋ ਗਏ, ਜਿਹੜੀ ਚੀਜ਼ ਦੀ ਲੋੜ ਹੈ ਜੀ ਦੀ। ਹਾਂ, ਤਾਂ ਟੌਪ ਸੋਇਲ ਦੇ ਵਿੱਚੋਂ ਡਰੇਨੇਜ ਹੋ ਗਈ। ਹੁਣ ਤੁਸੀਂ ਪਿੱਛੇ ਜੇ ਹੋਰ ਤੁਹਾਨੂੰ ਦੇਖ ਕੇ ਜਦੋਂ ਤੁਹਾਡੇ ਨਾਲ ਹੱਥ ਮਿਲਾਇਆ ਨਾ, ਇੱਕ ਮੇਰੇ ਯਾਦ ਆ ਗਈ ਕਹਾਣੀ ਹੈ। ਮੇਰੇ ਯਾਦ ਆ ਗਿਆ ਹਰੀ ਸਿੰਘ ਨਲੂਆ। ਹਰੀ ਸਿੰਘ ਨਲੂਏ ਤੋਂ ਪਰਮਵੀਰ ਬਾਠ ਦਾ ਜਿਹੜਾ ਸਫ਼ਰ ਹੈ ਨਾ, ਇਹਨੂੰ ਜਦੋਂ ਤੁਸੀਂ ਦੇਖਣਾ ਹੋਊਗਾ ਤਾਂ ਇਹਦੇ ਪਿੱਛੇ ਇੱਕ ਥਿਊਰੀ ਕੰਮ ਕਰਦੀ ਹੈ। ਇਹਦੀ ਥਿਊਰੀ ਕੀ ਹੈਗੀ ਹੈ ਕਿ ਭੋਜਨ ਤੇ ਜੀਵਨ ਇਹ ਹਮੇਸ਼ਾ ਇਕੱਠੇ ਚੱਲਦੇ ਨੇ। ਠੀਕ ਹੈ। ਜੀਵਨ ਬਾਅਦ ਚ ਆਉਂਦਾ, ਪਹਿਲਾਂ ਭੋਜਨ ਆਉਂਦਾ। ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੇ ਦੁੱਧ ਉਤਰਦਾ ਹੈ, ਫਿਰ ਜਨਮ ਹੁੰਦਾ ਹੈ। ਮੈਂ ਇੱਥੇ ਪਰਾਲੀ ਰੱਖਤੀ ਹੈਗੀ ਹੈ, ਇਹ ਕਿਸੇ ਦਾ ਭੋਜਨ ਹੈ ਜੀ। ਇਹਦੇ ਉੱਤੇ ਚੂਹੇ ਨੇ ਆ ਜਾਣਾ, ਚੂਹਾ ਜੀਵਨ ਹੈ, ਇਹਨੂੰ ਖਾਣ ਵਾਸਤੇ। ਚੂਹਾ ਕਿਸੇ ਦਾ ਜੀਵਨ ਹੈ, ਭੋਜਨ ਹੈ, ਇੱਥੇ ਸੱਪ ਆ ਜਾਣਗੇ। ਇਹ ਇੱਕ ਥਿਊਰੀ ਹੈ। ਠੀਕ ਹੈ। ਤਾਂ ਜਦੋਂ ਭੋਜਨ ਜ਼ਿਆਦਾ ਹੋਊਗਾ ਤਾਂ ਜੀਵਨ ਵਧੂ ਫੁੱਲੂਗਾ। ਠੀਕ ਹੈ। ਠੀਕ ਹੈ। ਤਾਂ ਜਦੋਂ ਭੋਜਨ ਦੀ ਸ਼ਾਰਟੇਜ ਆਊਗੀ ਤਾਂ ਜੀਵਨ ਦੀ ਸ਼ਾਰਟੇਜ ਆਊਗੀ। ਜਿਹੜਾ ਤੁਸੀਂ ਪੰਜਾਬ ਦਾ ਸਾਰਾ ਪਸਾਰਾ ਹੈ ਨਾ, ਇਹਨੂੰ ਮੈਂ ਕਨਕਲੂਡ ਕਰੂੰਗਾ ਇਸੇ ਗੱਲ ਦੇ ਵਿੱਚ। ਜਿਹੜਾ ਪ੍ਰਵਾਸ ਹੈ, ਜਿਹੜਾ ਕਰੈਕਟਰ ਡਿਗਰੇਡੇਸ਼ਨ ਹੈ, ਜਾਂ ਜਿਹੜੀਆਂ ਬਿਮਾਰੀਆਂ ਨੇ, ਇਹ ਸਾਰਿਆਂ ਦੇ ਪਿੱਛੇ ਇੱਕ ਥਿਊਰੀ ਕੀ ਕੰਮ ਕਰਦੀ ਹੈ, ਉਹਦੀ ਮੈਂ ਗੱਲ ਕਰ ਰਿਹਾ। ਤਾਂ ਜਦੋਂ ਭੋਜਨ ਜ਼ਿਆਦਾ ਹੁੰਦਾ ਹੈ ਤਾਂ ਜੀਵਨ ਵੱਧਦਾ ਹੈ। ਸਾਡੇ ਕੋਲ ਨਾ ਵਰਮੀ ਕੰਪੋਸਟ ਦੀਆਂ ਟਰੇਆਂ ਨੇ, ਮੈਂ ਤੁਹਾਨੂੰ ਦਿਖਾਊਂਗਾ। ਵਰਮੀ ਕੰਪੋਸਟ ਦੀਆਂ ਟਰੇਆਂ ਦੇ ਵਿੱਚ ਸਾਡਾ ਇੱਕ ਸਾਈਕਲ ਹੁੰਦਾ ਹੈ 3 ਮਹੀਨਿਆਂ ਦਾ। ਉਹਦੇ ਵਿੱਚ ਅਸੀਂ ਗੋਬਰ ਭਰ ਦਿੰਦੇ ਹਾਂ। 3x10 ਦੀ ਟਰੇ, ਉਹੀ ਟਰੇ ਉਸੇ ਦੀ ਜਿਹੜੀ ਮੈਂ ਤੁਹਾਨੂੰ ਦਿੰਦਾ, 3x10 ਦੀ ਇੱਕ ਟਰੇ ਹੈ, ਉਹਦੇ ਵਿੱਚ ਅਸੀਂ ਗੋਬਰ ਭਰਤਾ। ਹੁਣ ਗੋਬਰ ਭੋਜਨ ਹੈ, ਇਹਦੇ ਤੇ ਜੀਵਨ ਆਉਣਾ, ਇਹਨੂੰ ਖਾਣ ਵਾਲੇ ਬੈਕਟੀਰੀਆ ਆਉਣਗੇ, ਆਪਣੇ ਆਪ ਆ ਜਾਣਗੇ। ਉਹਨਾਂ ਨੇ 6 ਮਹੀਨਿਆਂ 'ਚ ਡੀਕੰਪੋਜ਼ ਕਰ ਦੇਣਾ।
ਅਸੀਂ ਥੋੜਾ ਜਿਹਾ ਫਾਸਟ ਕਰਾਉਣਾ ਸੀ, ਅਸੀਂ ਬਾਹਰ ਤੋਂ ਕੁਝ ਗੁਡੋਏ ਪਾਤੇ, ਉਹਨਾਂ ਦੀ ਇੱਕ ਸਪੀਸੀ ਆਇਲਸੀਨਾ ਫੋਇਟਿਡਾ, ਅਸੀਂ ਉਹ ਬਾਹਰ ਤੋਂ 50 ਗੁਡੋਏ ਪਾਤੇ। ਅਸੀਂ ਉਸ ਟਰੇ ਦੇ ਵਿੱਚ 50 ਹੀ ਗੁਡੋਏ ਪਾਏ ਸੀ, ਉਹਦੇ ਚ ਭੋਜਨ ਬਹੁਤ ਹੈ, ਠੀਕ ਹੈ। ਤਾਂ ਅਸੀਂ 15 ਦਿਨਾਂ ਬਾਅਦ ਜਦੋਂ ਜਾ ਕੇ ਚੈੱਕ ਕੀਤਾ, ਉਹਦੇ ਵਿੱਚ 1000 ਗੁਡੋਆ ਹੋ ਗਿਆ ਸੀ, ਠੀਕ ਹੈ, ਕਿਉਂਕਿ ਭੋਜਨ ਸੀ, ਜੀਵਨ ਵਧਿਆ ਫੁੱਲਿਆ, ਠੀਕ ਹੈ। ਉਹ ਗੁਡੋਇਆਂ ਦੀ ਜਿਹੜੀ ਲੈਂਥ ਸੀਗੀ 6 ਇੰਚ ਤੱਕ ਸੀ, ਠੀਕ ਹੈ, ਬਹੁਤ ਮੋਟੇ ਤਾਜੇ ਸੀ ਹੈ। ਉਸ ਤੋਂ ਬਾਅਦ ਜਦੋਂ 15 ਦਿਨਾਂ ਬਾਅਦ ਗਏ ਅਸੀਂ, ਤਾਂ ਉਹਨਾਂ ਦੀ ਗਿਣਤੀ ਕਨਸਟੈਂਟ ਹੋ ਗਈ, ਰੁਕ ਗਈ, ਹੁਣ ਵਧਣੋਂ ਹਟ ਗਏ ਉਹ, ਕਿਉਂਕਿ ਜਿੰਨਾ ਕੁ ਭੋਜਨ ਸੀ ਉਹਨਾਂ ਕੁ ਜੀਵਨ ਸੀਗਾ, ਭੋਜਨ ਮੁੱਕ ਗਿਆ, ਜੀਵਨ ਸਥਿਰ ਹੋ ਗਿਆ। ਉਸ ਤੋਂ ਬਾਅਦ ਫਿਰ 15 ਦਿਨਾਂ ਬਾਅਦ ਗਏ ਅਸੀਂ, ਤਾਂ ਹੁਣ ਜਿਹੜਾ ਭੋਜਨ ਦੀ ਸ਼ਾਰਟੇਜ ਹੋਣ ਲੱਗ ਪਈ, ਤਾਂ ਹੁਣ ਜਿਹੜੇ ਗੁਡੋਏ 6 ਇੰਚ ਦੇ ਸੀ, ਉਹ ਗੁਡੋਏ 4 ਇੰਚ ਦੇ ਹੋ ਗਏ। ਮੈਂ ਉਸ ਤੋਂ ਫਿਰ 15 ਦਿਨਾਂ ਬਾਅਦ ਗਿਆ, ਤਾਂ ਉਹ ਗੁਡੋਏ 4 ਇੰਚ ਤੋਂ ਵੀ ਬਹੁਤ ਕਮਜ਼ੋਰੇ ਹੋ ਗਏ। ਉਸ ਤੋਂ ਫਿਰ 15 ਦਿਨਾਂ ਬਾਅਦ ਜਾਊਂਗਾ, ਤਾਂ ਉਹਨਾਂ ਦੀ ਗਿਣਤੀ ਘਟਣ ਲੱਗ ਪਈ। ਹੁਣ ਜਾਂ ਤਾਂ ਭੋਜਨ ਪਾਵਾਂਗੇ, ਨਹੀਂ ਉਹ ਮਰ ਜਾਣਗੇ, ਠੀਕ ਹੈ, ਠੀਕ ਹੈ। ਇਹ ਜਿਹੜਾ ਥਿਊਰੀ ਹੈ ਨਾ, ਇਹ ਥਿਊਰੀ ਨੂੰ ਹੁਣ ਤੁਸੀਂ ਵਰਲਡ ਦੇ ਜਾਂ ਪੰਜਾਬ ਤੇ ਲਾ ਕੇ ਦੇਖੋ। ਦੁਨੀਆ ਜਿਹੜੀਆਂ ਸਭਿਅਤਾਵਾਂ ਕਿੱਥੇ ਪਨਪੀਆਂ ਨੇ, ਜਿੱਥੇ ਜਿੱਥੇ ਭੋਜਨ ਸੀ, ਭੋਜਨ ਤੋਂ ਭਾਵ ਜਿੱਥੇ ਪਾਣੀ ਸੀਗਾ, ਪਾਣੀ ਦੇ ਦਰਿਆਵਾਂ ਦੇ ਕੰਢਿਆਂ ਦੇ ਸਭਿਅਤਾਵਾਂ ਪਨਪੀਆਂ, ਜਿੱਥੋਂ ਦੀ ਫਰਟੈਲਿਟੀ ਜ਼ਿਆਦਾ ਸੀਗੀ, ਨਿਊਟ੍ਰੀਐਂਟ ਸੀਗੇ, ਉੱਥੋਂ ਫੂਡ ਸੀਗਾ, ਤਾਂ ਉੱਥੇ ਉੱਥੇ ਜੀਵਨ ਫੈਲਿਆ, ਠੀਕ ਹੈ। ਤਾਂ ਜਿਉਂ-ਜਿਉਂ ਫੂਡ ਦੀ ਸ਼ਾਰਟੇਜ ਆਈ, ਤਿਉਂ-ਤਿਉਂ ਜੀਵਨ ਜਿਹੜਾ ਹੈਗਾ ਹੁਣ ਉਹ ਮਨੁੱਖਾਂ ਦਾ, ਉਹਨਾਂ ਦਾ ਕੱਦ ਛੋਟੇ ਹੋ ਰਹੇ ਨੇ, ਉਹਨਾਂ ਦੇ ਕਮਜ਼ੋਰ ਹੋ ਰਹੇ ਨੇ, ਉਹਨਾਂ ਦੀ ਗਿਣਤੀ ਘਟ ਰਹੀ ਹੈ, ਤੇ ਉਹਨਾਂ 'ਚ ਕਰੈਕਟਰ ਡਿਗਰੇਡੇਸ਼ਨ ਤੇ ਪਲਾਇਨ, ਇਹ ਸਾਰਾ ਕੁਝ ਉਹਦਾ ਪਾਰਟ ਹੈ ਇੱਕ। ਹੁਣ ਜੇਕਰ ਸਾਡੇ ਕੋਲ ਕੋਈ ਐਸਾ ਮਾਈਕਰੋਸਕੋਪ ਹੁੰਦਾ, ਸਾਇੰਸ ਹੁੰਦੀ, ਜਦੋਂ ਅਸੀਂ ਉਸ ਟਰੇ ਦੇ ਵਿੱਚ ਗੁਡੋਏ ਛੱਡੇ ਸੀ, ਸਟਾਰਟਿੰਗ ਜਦੋਂ 50 ਗੁਡੋਏ ਛੱਡੇ ਸੀ, ਉਹ ਬੜੇ ਸੱਭਿਅਕ ਹੋਣੇ ਆ, ਉਹਨਾਂ ਨੇ ਬਣਾਇਆ ਹੋਣਾ ਕਿ ਇਸ ਮੁਹੱਲੇ 'ਚ ਤੁਸੀਂ ਖਾਣਾ ਪਾਈ, ਇਹਦੇ 'ਚ ਅਸੀਂ ਖਾਣਾ ਹੈ। ਉਹਨਾਂ ਨੇ ਸਰਪੰਚ ਚੁਣਿਆ ਹੋਣਾ ਆਪਦਾ, ਬਈ ਇੱਕ ਦੂਸਰੇ ਨਾਲ ਛੇੜਛਾੜ ਨਾ ਕਰੋ। ਤਾਂ ਜਦੋਂ ਫੂਡ ਦੀ ਸ਼ਾਰਟੇਜ ਆ ਗਈ, ਇੱਕ ਦੂਸਰੇ 'ਚ ਘੁਸਣ ਲੱਗ ਪਏ, ਇੱਧਰੋਂ ਛਾਲਾਂ ਮਾਰ ਕੇ ਉੱਧਰ ਵੀ ਜਾਣ ਲੱਗ ਪਏ, ਲਾ ਐਂਡ ਆਰਡਰ ਵੀ ਖਰਾਬ ਹੋ ਗਿਆ ਹੋਣਾ ਉਹਨਾਂ ਦਾ। ਇਹ ਸਾਰੀਆਂ ਸਮੱਸਿਆਵਾਂ ਆਈਆਂ ਹੋਣਗੀਆਂ, ਕਿਉਂਕਿ ਫੂਡ ਸ਼ਾਰਟੇਜ ਹੈ। ਤਾਂ ਜਦੋਂ ਹੁਣ ਪੰਜਾਬ ਨੂੰ ਦੇਖਦੇ ਹੋ, ਵਰਲਡ ਨੂੰ ਦੇਖਦੇ ਹੋ, ਫੂਡ ਸ਼ਾਰਟੇਜ ਆ ਗਈ ਹੈ, ਤਾਂ ਉਹਦੇ ਨਾਲ ਇਹ ਸਾਰਾ ਵਰਤਾਰਾ ਹੋਣਾ ਹੀ ਸੀ। ਹੀਰ ਸਾਹਿਬ, ਮੇਰੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਸੀ। ਤੁਹਾਡੀ ਗੱਲ ਠੀਕ ਹੈ ਕਿ ਧਰਤੀ ਦੀ ਉੱਪਰਲੀ ਪਰਤ ਜਿਹੜੀ ਸਾਡੀ ਮਿੱਟੀ ਦੀ, ਉਹਦੇ ਵਿੱਚੋਂ ਚੀਜ਼ਾਂ ਤੱਤ ਨਸ਼ਟ ਹੋਈ ਜਾਂਦੇ ਜੀ। ਜੇ ਤੱਤ ਨਾ ਹੋਏ ਤਾਂ ਫਿਰ ਫਸਲ ਕਿੱਥੋਂ ਹੋਵੇ, ਕਿਉਂਕਿ ਜੜ ਤਾਂ ਫਸਲ ਦੀ ਉੱਥੇ ਤੱਕ ਹੀ ਹੈ। ਬਿਲਕੁਲ। ਸਵਾਲ ਇਹ ਹੈ ਕਿ ਆਮ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹ ਕਹਿੰਦੇ ਹੁੰਦੇ ਸੀ ਕਿ ਐਤਕੀ ਇੱਥੇ ਇੱਕ ਫਸਲ ਬੀਜੋ ਤੇ ਉੱਥੇ ਦੂਜੀ ਬੀਜੋ, ਅਗਲੀ ਵਾਰੀ ਚੇਂਜ ਕਰ ਦਿਓ। ਦੂਸਰਾ ਉਹ ਕੰਮ ਕਰਦੇ ਹੁੰਦੇ ਸੀ ਕਿ ਕਦੇ ਕਦੇ ਖਾਲੀ ਰਹਿਣ ਦਿਓ। ਤੀਸਰਾ ਉਹ ਕੰਮ ਕਰਦੇ ਹੁੰਦੇ ਸੀ, ਢਾਂਚਾ ਕਹਿੰਦੇ ਆ, ਢਿੰਜਣ, ਕਿ ਉਹ ਬੀਜਦੇ ਉਹਨੂੰ ਵਿੱਚੇ ਬਾਹ ਦਿਓ। ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਕਰਦੇ ਸੀ ਕਿ ਘਰ ਦੇ ਪਸ਼ੂ ਨੇ, ਪਸ਼ੂਆਂ ਦਾ ਢੇਰ ਉੱਥੇ ਪਾ ਦਿਓ। ਉਹ ਧਰਤੀ ਦੀ ਉਪਜਾਊ ਸ਼ਕਤੀ ਨੂੰ ਮੇਨਟੇਨ ਕਰਨ ਦੀ ਇੱਕ ਸਥਿਤੀ ਸੀ। ਕੀ ਉਹ ਸਿਧਾਂਤ ਗਲਤ ਸੀ? ਨਹੀਂ, ਗਲਤ ਨਹੀਂ ਸੀ, ਪਰ ਸਾਨੂੰ ਅੱਜ ਸਿਧਾਂਤ ਤੋਂ ਨਹੀਂ ਬਚਾ ਸਕਦਾ। ਉਹ ਸਿਧਾਂਤ ਗਲਤ ਨਹੀਂ ਸੀ, ਪਰ ਅੱਜ ਨਹੀਂ ਬਚਾ ਸਕਦਾ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਨਾਲ ਸਮਝਾਉਣਾ। ਮੇਰੇ ਪਿੰਡ ਦਾ 3500 ਏਕੜ ਰਕਬਾ ਹੈ। 3500 ਏਕੜ ਰਕਬੇ ਦੇ ਵਿੱਚ ਜਿੰਨੇ ਖੁਰਾਕੀ ਤੱਤ ਪਏ ਸੀ ਸਨ 70 ਤੋਂ ਪਹਿਲਾਂ, ਜਦੋਂ ਮੇਰਾ ਦਾਦਾ ਖੇਤੀ ਕਰਦਾ ਸੀ, 70 ਤੋਂ ਪਹਿਲਾਂ, ਤਾਂ ਮੇਰੇ ਦਾਦੇ ਨੇ ਮੇਰੇ ਖੇਤਾਂ ਦੇ ਵਿੱਚੋਂ ਜ਼ਿੰਕ, ਪੋਟਾਸ਼, ਮੈਗਨੀਸ਼ੀਅਮ, ਬੋਰੋਨ ਗੱਡਿਆਂ ਦੇ ਉੱਤੇ ਭਰ ਕੇ ਲੈ ਗਿਆ। ਕਾਹਦੇ ਰੂਪ ਦੇ ਵਿੱਚ? ਹਾੜੀ ਦੇ ਵਿੱਚ, ਛੋਲਿਆਂ ਦੇ ਰੂਪ ਦੇ ਵਿੱਚ, ਸਰੋਂ ਦੇ ਰੂਪ ਦੇ ਵਿੱਚ, ਅਲਸੀ ਦੇ ਰੂਪ ਦੇ ਵਿੱਚ। ਖੁਰਾਕੀ ਤੱਤ ਪਿੰਡ ਗਏ, ਪਿੰਡ ਜਾ ਕੇ ਮੇਰੇ ਦਾਦੇ ਨੇ ਖਾਧੇ। ਨਾਈ ਹਲਵਾਈ ਸਭ ਨੂੰ ਜਿਹੜਾ ਹੈਗਾ ਬਾਰਟਰ ਸਿਸਟਮ ਨਾਲ ਦਿੱਤੇ। ਪਿੰਡ ਦੇ ਜਿਹੜੇ ਹੈਗੇ ਆ ਲੇਬਰ ਕਲਾਸ ਨੂੰ ਸਭ ਨੂੰ ਦਿੱਤੇ। ਸਭ ਨੇ ਖਾਧੇ, ਸਾਰੇ ਲੋਕ ਖਾ ਕੇ ਜੰਗਲ ਪਾਣੀ ਖੇਤਾਂ 'ਚ ਆ ਗਏ। ਜਿੰਨੇ ਜਾਨਵਰਾਂ ਨੂੰ ਖਵਾਇਆ ਸੀਗਾ ਉਹ ਸਾਰਾ ਰੂੜੀ ਦੇ ਰੂਪ ਦੇ ਵਿੱਚ ਇਕੱਠਾ ਕਰਕੇ ਗੱਡੇ ਭਰ ਕੇ ਮੇਰਾ ਦਾਦਾ ਫਿਰ ਖੇਤ 'ਚ ਲਿਆਇਆ। ਜਿੰਨਾ ਗਿਆ ਸੀ 90% ਵਾਪਸ ਆ ਗਿਆ, 10% ਕੰਜ਼ੂਮ ਕੀਤਾ। ਮੇਰੇ ਦਾਦੇ ਨੇ ਸਰੀਰ ਬਣਾਇਆ, ਗਾਂ ਨੇ, ਮੱਝ ਨੇ ਸਰੀਰ ਬਣਾਇਆ, ਪਰ ਉਹ ਵੀ ਐਟ ਲਾਸਟ ਡਰੇਨ ਨਹੀਂ ਹੋਇਆ। ਜਦੋਂ ਮੇਰਾ ਦਾਦਾ ਮਰਿਆ, ਉਹਨੂੰ ਸਿਵਿਆਂ ਦੇ ਵਿੱਚ ਸਾੜਤਾ, ਉਹ ਵੀ ਮੇਰੇ 3500 ਏਕੜ ਰਕਬੇ 'ਚ ਰਹਿ ਗਿਆ। ਗਾਂ ਮਰੀ, ਸਾਡੇ ਪਿੰਡ ਦੀ ਹੱਡਾ ਰੋੜੀ ਸਿੱਟਤੀ, ਉਹ ਵੀ 3500 ਏਕੜ ਰਕਬੇ 'ਚ ਰਹਿ ਗਈ। ਤਾਂ ਜਿੰਨੇ ਖੁਰਾਕੀ ਤੱਤ ਗਏ ਸੀ, ਤਾਂ ਥੋੜੇ ਘੱਟ ਕੇ ਵਾਪਸ ਫਿਰ ਆ ਗਏ ਖੇਤਾਂ ਦੇ ਵਿੱਚ। 70 ਤੋਂ ਬਾਅਦ ਕੀ ਹੋਇਆ? ਇਹ ਡਰੇਨੇਜ ਸ਼ੁਰੂ ਹੋਈ। 70 ਤੋਂ ਬਾਅਦ ਹੁਣ ਮੇਰੇ ਖੇਤਾਂ ਦੇ ਵਿੱਚੋਂ ਝੋਨੇ ਤੇ ਕਣਕ ਦੀਆਂ ਟਰਾਲੀਆਂ ਭਰ ਕੇ ਪਿੰਡ ਗਈਆਂ, ਪਿੰਡ ਤੋਂ ਮੁਕਤਸਰ ਗਈਆਂ, ਮੁਕਤਸਰ ਤੋਂ ਟ੍ਰੇਨ ਭਰ ਕੇ ਬਿਹਾਰ ਬੰਗਾਲ ਗਈ। ਤਾਂ ਪਿਛਲੇ 50 ਸਾਲਾਂ 'ਚ ਕੀ ਗਿਆ? ਮੇਰੇ ਪੰਜਾਬ ਦਾ ਪਾਣੀ ਗਿਆ। ਮੇਰੇ ਪਿੰਡ ਦੀ ਜੇ ਗੱਲ ਕਰਾਂ, ਮੇਰੇ ਪਿੰਡ ਦੇ ਖੁਰਾਕੀ ਤੱਤ ਗਏ, ਮੇਰਾ ਜ਼ਿੰਕ ਗਿਆ, ਪੋਟਾਸ਼ ਗਿਆ, ਮੈਗਨੀਸ਼ੀਅਮ ਗਿਆ। ਤਾਂ ਮੇਰੇ ਪਿੰਡ ਦੇ ਜਿਹੜੇ 3500 ਏਕੜ ਦੇ ਰਕਬੇ ਦੇ ਖੁਰਾਕੀ ਤੱਤ ਸੀਗੇ, ਜਿਹੜੇ ਟੌਪ ਸੋਇਲ ਦੇ ਵਿੱਚੋਂ, ਉਹ ਤਾਂ ਅਸੀਂ ਡਰੇਨ ਕਰਤੇ, ਉਹ ਸਾਰੇ ਕੱਢਤੇ। ਹੁਣ ਸਾਡੀ ਟੌਪ ਸੋਇਲ ਤਾਂ ਖਤਮ ਹੋ ਗਈ। ਹੁਣ ਜਦੋਂ ਟੌਪ ਸੋਇਲ ਖਤਮ ਹੋ ਗਈ, ਹੁਣ ਜਿਵੇਂ ਮਿਲਟ ਦਾ ਪ੍ਰਚਾਰ ਹੈ, ਮਿਲਟ ਖਾਣ ਦੇ ਨਾਲ ਬਿਮਾਰੀਆਂ ਠੀਕ ਹੋ ਰਹੀਆਂ ਨੇ। ਫੈਕਟ ਹੈ, ਸੱਚ ਹੈ, ਕੋਈ ਝੂਠ ਨਹੀਂ ਹੈ। ਮੈਂ ਬੜਾ ਹੈਰਾਨ ਯਾਰ, ਕੁਦਰਤ ਦੇ ਵਿੱਚ ਮਿਲਟ ਨੂੰ ਐਸਾ ਕੀ ਦੇਤਾ ਕੁਦਰਤ ਨੇ ਜਿਹੜਾ ਸਾਡੇ ਬਾਜਰੇ ਕੋਲੇ ਹੈ ਨਹੀਂ, ਜਿਹੜਾ ਸਾਡੀ ਕਣਕ ਕੋਲੇ ਹੈ ਨਹੀਂ, ਇਕੱਲੇ ਮਿਲਟਸ ਕੋਲੇ ਕਿਉਂ ਰਹਿ ਗਿਆ? ਜਦੋਂ ਉਹਨੂੰ ਡੀਪਲੀ ਸਟੱਡੀ ਕੀਤਾ ਤਾਂ ਪਤਾ ਲੱਗਿਆ ਕਿ ਇਹ ਮਿਲਟਸ ਨੇ ਜਿਹੜੇ, ਇਹ ਸਾਰੇ ਆਉਂਦੇ ਨੇ ਸਾਊਥ ਚੋਂ। ਠੀਕ ਹੈ, ਉੱਥੋਂ ਦੀ ਮਿੱਟੀ ਮਰੀ ਨਹੀਂ ਹਜੇ, ਉੱਥੇ ਡਰੇਨੇਜ ਨਹੀਂ ਹੋਈ, ਉਹਨਾਂ ਦੀ ਟੌਪ ਸੋਇਲ ਦੇ ਵਿੱਚੋਂ ਖੁਰਾਕੀ ਤੱਤ ਨਿਕਲੇ ਨਹੀਂ। ਸਾਡੀ ਮਿੱਟੀ ਦੇ ਵਿੱਚੋਂ ਤਾਂ ਖੁਰਾਕੀ ਤੱਤ ਸਾਰੇ ਨਿਕਲ ਗਏ। ਤਾਂ ਇਹੀ ਪੰਜਾਬ ਦੇ ਵਿੱਚ ਉਗਾ ਕੇ ਖਾਵਾਂਗੇ ਤਾਂ ਇਹ ਰਿਜ਼ਲਟ ਨਹੀਂ ਮਿਲਣਗੇ। ਅੱਛਾ, ਮੈਨੂੰ ਹੇਰ ਸਾਹਿਬ ਇੱਕ ਚੀਜ਼ ਇੱਥੇ ਹੋਰ ਦੱਸਿਓ ਕਿ
ਕਿਉਂਕਿ ਮੈਂ ਦੱਸ ਦੇਵਾਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਅਸੀਂ ਸੋਹਣਗੜ੍ਹ ਨੈਚੁਰਲ ਫਾਰਮ ਕੁਦਰਤੀ ਖੇਤੀ ਦਾ ਜਿਹੜਾ ਫਾਰਮ ਹੈ ਬੜਾ ਮਸ਼ਹੂਰ ਹੈ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਟ੍ਰੇਨਿੰਗ ਦੇ ਲਈ ਵੀ ਆਏ, ਬਹੁਤ ਸਾਰੇ ਕਿਸਾਨਾਂ ਨੇ ਇੱਥੋਂ ਕੁਦਰਤੀ ਖੇਤੀ ਦੀ ਵਿਧੀ ਜਿਹੜੀ ਉਹ ਸਿੱਖੀ। ਅੱਜ ਤੱਕ ਅਸੀਂ ਇਹੀ ਗੱਲ ਸੁਣਦੇ ਤੇ ਕਰਦੇ ਆਂ, ਭਵਿੱਖ 'ਚ ਵੀ ਕਰਾਂਗੇ ਕਿ ਭਾਈ ਕੁਦਰਤੀ ਖੇਤੀ ਕਰ ਲਓ, ਬਚਾ ਲਓ ਪੰਜਾਬ ਨੂੰ, ਬਚਾ ਲਓ ਸਾਡੇ ਵਾਤਾਵਰਣ ਨੂੰ, ਬਚਾ ਲਓ ਸਾਡੀ ਮਿੱਟੀ ਨੂੰ ਤੇ ਸਾਡੇ ਆਪਣੇ ਜੀਵਨ ਨੂੰ, ਸਾਡੀਆਂ ਭਵਿੱਖੀ ਪੀੜ੍ਹੀਆਂ ਨੂੰ। ਪਰ ਅੱਜ ਕਮਲਜੀਤ ਸਿੰਘ ਹੇਰ ਸਾਹਿਬ ਕਹਿੰਦੇ ਆ ਕਿ ਭਾਈ ਉਹ ਇਕੱਲੀ ਨਹੀਂ ਬਚਾ ਸਕਦੀ, ਤੁਹਾਨੂੰ ਇਕੱਲਾ ਭੋਜਨ ਨਹੀਂ ਬਚਾ ਸਕਦਾ। ਉਹਨਾਂ ਨੇ ਥਿਊਰੀ ਦਿੱਤੀ ਹੈ, ਤੁਹਾਡੀ ਸਹਿਮਤੀ ਸਾਡੀ ਸਹਿਮਤੀ ਹੋਣਾ ਜ਼ਰੂਰੀ ਨਹੀਂ ਹੈ, ਸਹਿਮਤੀ ਵੀ ਹੋ ਸਕਦੀ ਹੈ, ਦੋਨੋਂ ਧਿਰਾਂ ਹੋ ਸਕਦੀਆਂ। ਹੇਰ ਸਾਹਿਬ ਤੁਸੀਂ ਵਕਾਲਤ ਕੀਤੀ ਹੈ, ਕਿਤੇ ਇਹ ਗੱਲ ਤਾਂ ਨਹੀਂ ਜ਼ੋਰ ਦੇ ਕੇ ਕਹਿਣ ਲੱਗ ਪਏ, ਕਿਉਂਕਿ ਵਕੀਲਾਂ ਨੂੰ ਇੱਕ ਆਦਤ ਹੁੰਦੀ ਕਿ ਆਪਣੀ ਗੱਲ ਤੇ ਜ਼ੋਰ ਦੇਣਾ, ਕੇਸ ਚਾਹੇ ਠੀਕ ਹੋਵੇ ਚਾਹੇ ਗਲਤ, ਇਦਾਂ ਤਾਂ ਨਹੀਂ? ਨਹੀਂ, ਮੈਂ ਤਾਂ ਆਪਣੀ ਗੱਲ ਨੂੰ ਰਿਬਟ ਕਰ ਰਿਹਾ ਨਾ। ਠੀਕ ਹੈ ਜੀ। ਮੈਂ ਬੜੇ ਪਲੇਟਫਾਰਮਾਂ ਤੇ ਅੱਜ ਤੋਂ ਸਾਲ ਪਹਿਲਾਂ ਵੀ ਇਹ ਗੱਲ ਕਹੀ ਹੋਣੀ, ਆਰਗੈਨਿਕ ਖੇਤੀ ਕਰੋ, ਕੁਦਰਤੀ ਖੇਤੀ ਤੁਹਾਨੂੰ ਜ਼ਹਿਰ ਮੁਕਤ ਖੇਤੀ ਬਚਾਊਗੀ। ਮੈਂ ਤਾਂ ਆਪ ਕਿਹਾ ਹੈਗਾ, ਪਰ ਮੇਰੀ ਜਿਹੜੀ ਹੁਣ ਸਮਝ ਬਣੀ ਹੈ, ਮੈਂ ਉਹ ਕਹਿੰਦਾ ਕਿ ਸਿਰਫ ਕੁਦਰਤੀ ਖੇਤੀ ਨਹੀਂ ਬਚਾ ਸਕਦੀ। ਠੀਕ ਹੈ। ਤੁਹਾਨੂੰ ਜਿਹੜੀ ਹੈਗੀ ਆ ਸੋਇਲ ਤੇ ਕੰਮ ਕਰਨਾ ਪੈਣਾ, ਜਿਹੜੀ ਸਾਡੀ ਟੌਪ ਸੋਇਲ। ਹਾਂ, ਹੁਣ ਉੱਥੇ ਆਉਂਦੇ ਆ। ਹੁਣ ਇਹ ਕਿ ਹਾਲਾਤ ਤਾਂ ਮਾੜੇ ਹੈਗੇ ਨੇ, ਹਾਲਾਤ ਤਾਂ ਵਿਸਫੋਟਕ ਹੈਗੇ ਨੇ, ਟੌਪ ਸੋਇਲ ਦੇ ਵਿੱਚੋਂ ਸਾਰਾ ਕੁਝ ਕੱਢ ਲਿਆ, ਨਿਚੋੜਤਾ। ਹੁਣ ਕੀ ਆ ਵੀ ਜਾਂ ਤਾਂ ਹੁਣ ਮੌਤ ਨੂੰ ਡਿੱਕੀ ਚੱਲੀਏ ਵੀ ਅੱਜ ਫਲਾਣੇ ਨੂੰ ਕੈਂਸਰ ਹੋ ਗਿਆ ਤੇ ਮੌਤ ਮਰ ਜੀਏ ਮਾਲ ਨਿਊਟ੍ਰੀਸ਼ਨ ਨਾਲ। ਦੂਸਰਾ ਹੈਗਾ ਕੁਝ ਹੱਥ ਪੈਰ ਮਾਰੀਏ। ਹੱਥ ਪੈਰ ਮਾਰਨ ਵਾਸਤੇ ਕੀ ਹੈਗਾ ਕਿ ਅਸੀਂ ਨਿਊਟ੍ਰੀਐਂਟ ਪੰਪਿੰਗ ਤੇ ਕੰਮ ਕਰੀਏ। ਨਿਊਟ੍ਰੀਐਂਟ ਪੰਪਿੰਗ ਕੀ ਹੈਗਾ ਕਿ ਅਸੀਂ ਜਿਹੜਾ ਹਜੇ ਖੁਸ਼ਕਿਸਮਤੀ ਹੈ, ਸਾਡੀ ਕਿਸਮਤ ਚੰਗੀ ਸੀ ਕਿ ਜਿਹੜਾ ਅਸੀਂ ਨਿਊਟ੍ਰੀਸ਼ਨ ਡਰੇਨੇਜ ਕੀਤੀ ਹੈ ਉਹ ਟੌਪ ਸੋਇਲ ਚੋਂ ਕੀਤੀ ਹੈ, ਅਸੀਂ ਸਬ ਸੋਇਲ ਚੋਂ ਨਹੀਂ ਕੀਤੀ, ਡੀਪਰ ਸੋਇਲ ਚੋਂ ਨਹੀਂ ਕੀਤੀ, ਯਾਨੀ ਜ਼ਮੀਨ ਦੇ ਬਹੁਤ ਥੱਲੜੇ ਹਿੱਸੇ ਚੋਂ ਨਹੀਂ ਕੀਤੀ। ਹਾਂ, ਮਿੱਟੀ ਦੀ ਉੱਪਰਲੀ 10 ਇੰਚ ਚੋਂ ਕੀਤੀ ਹੈ। ਤਾਂ 10 ਇੰਚ ਦੇ ਵਿੱਚੋਂ ਸਾਰਾ ਕੁਝ ਡਰੇਨ ਕਰ ਲਿਆ। 5 ਫੁੱਟ ਤੇ ਅੱਜ ਵੀ ਪੋਟਾਸ਼ੀਅਮ ਪਿਆ, 10 ਫੁੱਟ ਤੇ ਮੈਗਨੀਸ਼ੀਅਮ ਪਿਆ, 12 ਫੁੱਟ ਤੇ ਬੋਰੌਨ ਪਿਆ। ਤਾਂ ਖੁਰਾਕੀ ਤੱਤ ਡੂੰਘੇ ਪਏ ਨੇ, ਉਹ ਡੂੰਘੇ ਡੂੰਘੇ ਖੁਰਾਕੀ ਤੱਤਾਂ ਨੂੰ ਚੱਕ ਕੇ ਉੱਤੇ ਲਿਆਉਣਾ ਹੈ। ਉਹਨੂੰ ਚੱਕ ਕੇ ਉੱਤੇ ਲਿਆਉਣ ਦਾ ਕੰਮ ਕੌਣ ਕਰਨਗੇ? ਫਲੋਰਾ ਐਂਡ ਫੌਨਾ, ਵਨਸਪਤੀ ਤੇ ਜੀਵ। ਜਦੋਂ ਅਸੀਂ ਖੇਤਾਂ ਦੇ ਵਿੱਚੋਂ ਖੇਤੀ ਦਾ ਮਾਡਲ ਐਸਾ ਅਡਾਪਟ ਕਰਾਂਗੇ ਜਿਹਦੇ ਵਿੱਚ ਅਰਥਵਰਮ ਦੀ ਗਿਣਤੀ ਵੱਧ ਜਾਊਗੀ ਗਡੋਇਆਂ ਦੀ, ਤਾਂ 15-15 ਫੁੱਟ ਤੋਂ ਚੱਕ ਕੇ ਮੋਰੀਆਂ ਕਰ ਕਰਕੇ ਥੱਲੇ ਚੱਕ ਕੇ ਉੱਤੇ ਲੈ ਆਉਣਗੇ। ਨੰਬਰ 2, ਜਿੰਨੇ ਵਿਰਾਸਤੀ ਰੁੱਖ ਨੇ, ਜਿਹੜੇ ਵਿਰਾਸਤੀ ਰੁੱਖ, ਮੇਰੀ ਵੀ ਸਮਝ ਘੱਟ ਸੀ, ਮੇਰੇ ਆਪਣੇ ਖੇਤ ਦੇ ਵਿੱਚ ਵਿਰਾਸਤੀ ਰੁੱਖਾਂ ਦੀ ਗਿਣਤੀ ਘੱਟ ਹੈ। ਮੈਂ ਤਾਂ ਇਹ ਸਮਝਦਾ ਸੀ ਕਿ ਰੁੱਖ ਲਾਉਣ ਤੋਂ ਮਤਲਬ ਫਰੂਟ ਵਾਲੇ ਰੁੱਖ ਹੀ ਲਾਓ। ਫਰੂਟ ਵਾਲੇ ਰੁੱਖ ਤਾਂ ਸਾਰੇ ਜਿਹੜੇ ਹੈਗੇ ਤਾਂ ਫਸਲਾਂ ਬਣਾਤੇ ਅਸੀਂ, ਕਮਰਸ਼ੀਅਲ। ਹਾਂ, ਉਹ ਤਾਂ ਫਸਲਾਂ ਬਣਾਤੇ, ਉਹ ਤਾਂ ਸਬ ਸੋਇਲ ਚੋਂ ਵੱਧ ਤੋਂ ਵੱਧ ਲੈਂਦੇ ਆ, ਟੌਪ ਸੋਇਲ ਤੋਂ ਸਬ ਸੋਇਲ ਚੋਂ ਲੈਂਦੇ ਆ, ਡੀਪਰ ਸੋਇਲ ਚੋਂ ਤਾਂ ਲੈਂਦੇ ਆ। ਜਿਹੜੇ ਵਿਰਾਸਤੀ ਰੁੱਖ ਹੈ, ਜਿਹੜਾ ਹੁਣ ਅਰਜਨ ਹੈ, ਅਰਜਨ ਗਿਆ 20 ਫੁੱਟ ਤੇ, 20 ਉਹ ਸਾਹਮਣੇ ਲੱਗਿਆ ਹੋਇਆ, ਆ ਸਾਰੀ ਲੰਬੀ ਲਾਈਨ ਹੈ। ਠੀਕ ਹੈ ਜੀ। ਅਰਜਨ 20 ਫੁੱਟ ਤੇ ਗਿਆ, 20 ਫੁੱਟ ਤੋਂ ਇਹਨੇ ਜ਼ਿੰਕ ਪੋਟਾਸ਼ ਚੱਕਿਆ, ਆਪਣਾ ਸਰੀਰ ਬਣਾਇਆ, ਉੱਤੇ ਲਿਆ ਕੇ ਸਿੱਟਤਾ। ਠੀਕ ਹੈ। ਤਾਂ ਨੀਚੇ ਵਾਲੇ ਨਿਊਟ੍ਰੀਐਂਟ ਪੰਪ ਕਰਕੇ ਉੱਤੇ ਸਿੱਟਦੇ ਟੌਪ ਸੋਇਲ ਤੇ। ਠੀਕ ਹੈ। ਤਾਂ ਸਾਨੂੰ ਇਸੇ ਤਰ੍ਹਾਂ ਹੁਣ ਸੋਇਲ ਦੀ ਸੁਧਾਰਨਾ ਪੈਣੀ ਹੈ, ਮਿੱਟੀ ਤੇ ਕੰਮ ਕਰਨਾ ਪੈਣਾ ਕਿ ਨਿਊਟ੍ਰੀਐਂਟ ਪੰਪਿੰਗ ਤੇ ਕੰਮ ਕਰੀਏ ਜੀ। ਉਹਨਾਂ ਨੂੰ ਥੱਲੜੀ ਮਿੱਟੀ, ਜਿਹੜੇ ਖੁਰਾਕੀ ਤੱਤਾਂ ਨੂੰ ਚੱਕ ਕੇ ਉੱਤੇ ਲਿਆਈਏ ਤੇ ਡਰੇਨੇਜ ਰੋਕੀਏ। ਫਿਰ ਨਾਲ ਡਰੇਨੇਜ ਰੋਕਣੀ ਪੈਣੀ ਹੈ। ਇੱਕ ਹੇਰ ਸਾਹਿਬ 2 ਸਵਾਲ ਛੋਟੇ ਮੈਨੂੰ ਅਸੀਂ ਕਿ ਜਿਗਿਆਸਾ ਸ਼ਾਂਤ ਕਰ ਹੀ ਲਈਏ। ਹਾਂ, ਕਿਉਂਕਿ ਪੱਤਰਕਾਰਾਂ ਨੂੰ ਵੀ ਆਦਤ ਹੁੰਦੀ ਹੈ ਕਿ ਇੱਕ ਬੰਦੇ ਤੇ ਯਕੀਨ ਨਹੀਂ ਕਰਨਾ। ਹਾਂ, ਬਿਲਕੁਲ ਕਰਨਾ ਨਹੀਂ ਚਾਹੀਦਾ। ਹਾਂਜੀ, ਪਹਿਲੀ ਗੱਲ ਇਹ ਕਿ ਜੇ ਅਸੀਂ ਸਮਾਨ, ਤੁਸੀਂ ਕਿਹਾ ਕਿ ਜਿੰਨਾ ਅੱਗੇ ਉਤਪਾਦਨ ਹੁੰਦਾ ਸੀ ਉਹਨੂੰ ਅਸੀਂ ਘਰ ਹਵੇਲੀ 'ਚ ਵਰਤਦੇ ਸੀ, ਦੁਬਾਰਾ ਖੇਤਾਂ 'ਚ ਆ ਜਾਂਦਾ ਸੀ। ਜੀ। ਜੇ ਹੁਣ ਅਸੀਂ ਬਾਹਰ ਭੇਜਣ ਲੱਗ ਪਏ ਜੀ, ਪਰ ਮੇਰਾ ਸਵਾਲ ਹੈ ਕਿ ਅਸੀਂ ਬਾਹਰੋਂ ਬਹੁਤ ਕੁਝ ਲਿਆਉਣੇ ਵੀ ਹੈ, ਜਿਹੜਾ ਪੰਜਾਬ ਦੇ ਵਿੱਚ ਨਹੀਂ ਬਣਦਾ, ਹੁਣ ਉਹ ਕਿਸੇ ਹੋਰ ਦਾ ਸਾਡੇ ਕੋਲ ਆਉਂਦਾ, ਉਹ ਵੀ ਸਾਡੇ ਖੇਤਾਂ 'ਚ ਜਾਂਦਾ, ਉਹ ਬੈਲੈਂਸ ਤਾਂ ਨਹੀਂ ਹੋ ਜਾਂਦਾ? ਨਹੀਂ, ਉਹ ਤੁਹਾਡਾ ਸਵਾਲ ਵਧੀਆ, ਤੁਸੀਂ ਬਹੁਤ ਵਧੀਆ ਚੱਲੇ ਸੀ, ਉੱਥੇ ਅਖੀਰ ਤੇ ਆ ਕੇ ਥੋੜਾ ਜਿਹਾ ਹੋ ਗਿਆ, ਹੋਰ ਸਾਈਡ ਲਾਈਨ ਬਦਲ ਗਏ। ਮੈਂ ਕਹਿੰਦਾ ਹੈਗਾ ਕਿ ਨਿਊਟ੍ਰੀਸ਼ਨ ਡਰੇਨੇਜ ਹੋਈ ਹੈ। ਠੀਕ ਹੈ। ਸਾਡਾ ਝੋਨਾ ਤੇ ਕਣਕ, ਜਿਹੜਾ ਕਣਕ ਸਾਡੀ ਹੈਗੀ ਹੈ 90% ਤੇ ਝੋਨਾ ਸਾਡਾ ਜਿਹੜਾ 95% ਦੇ ਨੇੜ ਜਿਹੜਾ ਹੈਗਾ ਡਰੇਨੇਜ ਹੁੰਦੀ ਹੈ। ਕਣਕ 70% ਲਾ ਲਓ, ਕਣਕ 70% ਰਹਿੰਦੀ ਹੈ ਤੇ 70% ਡਰੇਨੇਜ ਹੋ ਜਾਂਦੀ ਹੈ। ਝੋਨਾ ਤਾਂ 95% ਡਰੇਨੇਜ ਹੋ ਗਈ ਨਾ। ਠੀਕ ਹੈ। ਜਿੰਨੀ ਡਰੇਨੇਜ ਹੋਈ ਤਾਂ ਜਿਹੜੇ ਲੋਕ ਇੱਥੇ ਵਸਦੇ ਆ ਉਹਨਾਂ ਨੇ ਵੀ ਤਾਂ ਮਿਰਚ ਖਾਧੀ, ਉਹ ਤਾਂ ਨਿਊਟ੍ਰੀਸ਼ਨ ਦਾ ਆਇਆ ਵੀ ਤਾਂ ਹੈ ਨਾ, ਜਿੰਨਾ ਗਿਆ ਤਾਂ ਉਹਨਾਂ ਆਇਆ ਵੀ ਹੈ। ਠੀਕ ਹੈ। ਹਾਂ, ਹੁਣ ਜਿਹੜਾ ਆਇਆ ਹੈਗਾ ਕੀ ਉਹ ਵਾਪਸ ਖੇਤਾਂ 'ਚ ਆਇਆ? ਵਾਪਸ ਖੇਤਾਂ 'ਚ ਨਹੀਂ ਆਇਆ। ਜਾਂ ਤਾਂ ਅਸੀਂ ਉਹਨੂੰ ਵਾਪਸ ਖੇਤਾਂ 'ਚ ਲਿਆਉਣ ਦਾ ਇੱਕ ਪ੍ਰੋਵੀਜ਼ਨ ਕਰ ਲਈਏ। ਜਿਹੜੇ ਹੁਣ ਖੁਰਾਕੀ ਤੱਤ ਪਿੰਡ ਦੇ ਲੋਕਾਂ ਨੇ, ਮੇਰੇ ਪਿੰਡ ਦਾ 3000 ਪਾਪੂਲੇਸ਼ਨ ਹੈ, 3000 ਦੀ ਪਾਪੂਲੇਸ਼ਨ ਨੇ ਜਿੰਨਾ ਫੂਡ ਖਾ ਕੇ ਮਲ ਮੂਤਰ ਕੱਢਿਆ, ਜੇ ਉਹ ਮਲ ਮੂਤਰ ਵਾਪਸ ਖੇਤਾਂ ਦੇ ਵਿੱਚ ਆ ਜਾਵੇ ਤਾਂ ਬਹੁਤ ਵਧੀਆ ਇੱਕ ਸਸਟੇਨੇਬਲ ਮਾਡਲ ਬਣ ਸਕਦਾ ਹੈ, ਟਿਕਾਊ ਮਾਡਲ ਬਣ ਸਕਦਾ ਹੈ। ਜਿੰਨਾ ਨਿਊਟ੍ਰੀਸ਼ਨ ਵਾਪਸ ਆ ਜਾਵੇ ਖੇਤਾਂ ਦੇ ਵਿੱਚ, ਡਰੇਨੇਜ ਨਾ ਹੋਵੇ। ਅਸੀਂ ਤਾਂ ਕੀ ਕੀਤਾ ਕਿ ਉਹ ਗਰਕੀਆਂ ਬਣਾ ਕੇ ਵਿੱਚ ਨੱਪਤਾ ਮਿੱਟੀ ਦੇ ਵਿੱਚ, ਜਾਂ ਅਸੀਂ ਸੀਵਰੇਜ, ਸ਼ਹਿਰਾਂ ਦੇ ਵਿੱਚ ਸੀਵਰੇਜਾਂ ਦੇ ਨਾਲ ਵਾਟਰ ਬੋਡੀਜ਼ ਪੋਲਿਊਟ ਕਰਤੀਆਂ। ਤਾਂ ਇਹ ਜਿਹੜਾ ਮਨੁੱਖੀ ਮਲ ਮੂਤਰ ਹੈ, ਇਹ ਬਹੁਤ ਜ਼ਬਰਦਸਤ ਸਰੋਤ ਹੈ ਖੁਰਾਕੀ ਤੱਤਾਂ ਦਾ, ਇਹਨੂੰ ਵਾਪਸ ਟੌਪ ਸੋਇਲ ਤੇ ਆਉਣਾ ਚਾਹੀਦਾ ਹੈ। ਹੁਣ ਫਿਰ ਇਹ ਹੈ ਕਿ ਹੁਣ ਅਸੀਂ ਕਹਿ ਦਈਏ ਐਵੋਲੂਸ਼ਨ ਹੈ,
ਅਸੀਂ ਕਹਿ ਦਈਏ ਕਿ ਅੱਜ ਅਸੀਂ ਉਹ ਸਨ 70 ਮੇਰੇ ਦਾਦੇ ਵਾਲੇ ਮਾਹੌਲ 'ਚ ਨਹੀਂ ਮੁੜਿਆ ਵਾਪਸ ਜਾਇਆ ਜਾਣਾ। ਅਸੀਂ ਕਹਿ ਦਈਏ ਹਾਂ, ਅਸੀਂ ਕਹਿ ਦਈਏ ਕਿ ਲੋਕ ਜੰਗਲ ਖੇਤਾਂ ਦੇ ਵਿੱਚ ਜੰਗਲ ਪਾਣੀ ਆਉਣ ਨਹੀਂ ਹੋ ਸਕਦਾ। ਅਸੀਂ ਉਹਨੂੰ ਹਾਈਟੈਕ ਸਮੇਂ ਦਾ ਹਾਣੀ ਬਣਾ ਸਕਦੇ ਹਾਂ। ਅਸੀਂ ਇੱਕ ਛੋਟੀ ਜਿਹੀ ਇੰਡਸਟਰੀ ਲਾ ਸਕਦੇ ਹਾਂ 10 ਕਿਲੋਮੀਟਰ ਦੇ ਇੱਕ ਸਫੀਅਰ ਦੇ ਵਿੱਚ, ਜਿਹਦੇ ਵਿੱਚ ਕੋਈ ਬਾਹਲਾ ਖਰਚਾ ਨਹੀਂ ਹੈਗਾ। 50 ਲੱਖ ਰੁਪਏ ਦਾ ਯੂਨਿਟ ਲੱਗ ਜਾਣਾ ਕਿੱਲੇ 2 ਕਿੱਲਿਆਂ ਦੇ ਵਿੱਚ। ਉਹਦੇ ਵਿੱਚ ਕੀ ਕਰਨਾ ਹੈਗਾ ਕਿ ਜਿਹੜੇ ਆਹ ਟੈਂਕ ਸਾਫ਼ ਕਰਕੇ ਲੈ ਕੇ ਜਾਂਦੇ ਹੁੰਦੇ, ਫਲਸ਼ਾਂ ਵਾਲੇ ਲੈ ਕੇ ਜਾਂਦੇ ਆ, ਉਹਨਾਂ ਨੂੰ ਕਹਿਣਾ ਤੁਹਾਨੂੰ 500 ਰੁਪਇਆ ਦੇਵਾਂਗੇ ਜੇ ਤੁਸੀਂ, ਉਹ ਵਿਚਾਰੇ ਹੁਣ ਚੋਰੀ ਛਿੱਪੇ ਰਾਤ ਬਰਾਤੇ ਲਾਉਂਦੇ ਆ ਸੜਕਾਂ ਦੇ ਚੋਰੀ, ਉਹਨਾਂ ਨੂੰ ਸਨਮਾਨਜਨਕ ਸਟੇਟਸ ਦਿਓ। ਤੁਸੀਂ ਆਓ ਭਾਈ, ਅਸੀਂ ਤੁਹਾਨੂੰ 500 ਰੁਪਇਆ ਦੇਵਾਂਗੇ, ਨਾਲ ਕਿਰਾਇਆ ਦੇਵਾਂਗੇ, ਸਾਡੇ ਕੋਲੇ ਲਾ ਜਾਓ। ਠੀਕ ਹੈ। ਲਾ ਕੇ ਤੇ ਉਹਦੇ ਨੂੰ ਕੀ ਕਰਨਾ ਹੈ, ਕੋਈ ਹਾਈਟੈਕ ਮਸ਼ੀਨਰੀ ਦੀ ਲੋੜ ਨਹੀਂ ਹੈ। ਉਹਨੂੰ ਵਰਮਸ ਦੇ ਨਾਲ ਖਵਾ ਕੇ ਉਹਨੂੰ ਕਨਵਰਟ ਕਰਨਾ ਮੈਨਿਓਰ 'ਚ। ਠੀਕ ਹੈ। ਤੇ ਕਿੱਡਾ ਜ਼ਬਰਦਸਤ ਸਰੋਤ ਹੈ। ਉਹੀ ਖਾਦ ਤੁਹਾਡੀ 25% ਜਿਹੜੀ ਹੈਗੀ ਆ ਯੂਰੀਆ DAP ਦੀ ਰਿਡਕਸ਼ਨ ਹੋ ਜਾਣੀ ਹੈ ਉਸ ਲੋਕੈਲਿਟੀ ਦੀ। ਠੀਕ ਹੈ। ਤਾਂ ਸਾਨੂੰ ਇਸ ਤਰ੍ਹਾਂ ਦੇ ਮਾਡਲ ਤੇ ਸੋਚਣਾ ਪੈਣਾ ਕਿ ਸਾਨੂੰ ਕੱਢਣ ਤੋਂ ਜਿੰਨਾ ਕੱਢੀਏ ਉਹਦੀ ਵਜ੍ਹਾ ਪਾਉਣ ਬਾਰੇ ਸੋਚੀਏ। ਹੇਅਰ ਸਾਹਿਬ ਨਾਲ ਲੱਗਦਾ ਇੱਕ ਸਵਾਲ, ਕਿਉਂਕਿ ਤੁਸੀਂ ਕਿਹਾ ਸੀ ਕਿ ਧਰਤੀ, ਮੰਨ ਲਓ ਕਿ ਧਰਤੀ ਐਡੀ ਡੂੰਘੀ ਹੈ, ਮੰਨ ਲੈਂਦੇ ਆ ਉੱਪਰਲੇ ਹਿੱਸੇ ਦੇ ਵਿੱਚੋਂ ਅਸੀਂ ਫਸਲ ਲੈਂਦੇ, ਇੱਥੇ ਕਣਕ ਝੋਨਾ ਸਾਰਾ ਕੁਝ ਹੁੰਦਾ, ਇੰਨਾ ਅਸੀਂ ਤੱਤਾਂ ਤੋਂ ਰਹਿਤ ਕਰ ਦਿੱਤਾ। ਹੁਣ ਤੁਹਾਡਾ ਸਵਾਲ ਹੈ ਕਿ ਇਹਨੂੰ ਉੱਪਰ ਲਿਆਉਣਾ, ਹੋਰ ਡੀਪਰ ਉਹਨੂੰ ਉੱਪਰ ਲਿਆਉਣਾ, ਕਿੰਨੀ ਕੁ ਦੇਰ, ਜੇ ਅਸੀਂ ਆਹ ਖਤਮ ਕਰਤਾ ਉਹ ਵੀ ਕਰ ਦਿਆਂਗੇ, ਉਹ ਵੀ ਕਰ ਦਿਆਂਗੇ, ਕਿੰਨੀ ਕੁ ਦੇਰ? ਹਾਂ ਬਿਲਕੁਲ ਬਿਲਕੁਲ, ਉਹ ਵੀ ਮੁੱਕੂਗਾ। ਹਾਂਜੀ, ਉਹ ਵੀ ਮੁੱਕੂਗਾ, ਪਰ ਸਾਨੂੰ ਸੰਜਮ ਦੇ ਨਾਲ ਚੱਲਣਾ ਪੈਣਾ। ਜੇ ਤਾਂ ਅਸੀਂ ਕੱਢ ਕੇ ਵੇਚਾਂਗੇ ਤਾਂ ਭਾਈ ਉਹ ਵੀ ਮੁੱਕ ਜਾਣਾ। ਠੀਕ ਹੈ ਜੀ। ਠੀਕ ਹੈ। ਤੇ ਜੇ ਅਸੀਂ ਉਹਨੂੰ ਸੰਭਲ ਕੇ ਵਰਤਾਂਗੇ ਤਾਂ ਫਿਰ ਲੰਬਾ ਚੱਲ ਜਾਊਗਾ, ਫਿਰ ਚੱਲ ਜਾਊਗਾ। ਠੀਕ ਹੈ। ਪਰ ਜੇ ਉਹਨੂੰ ਅਸੀਂ ਡਰੇਨੇਜ ਕਰਾਂਗੇ ਤੇ ਕਹਾਂਗੇ ਕਿ ਅਸੀਂ ਤਾਂ ਕੱਢ ਕੇ ਵੇਚੀ ਚੱਲੀਏ, ਵੇਚਣ ਨਾਲ ਖੇਤੀ ਧੰਦਾ ਨਹੀਂ ਹੈ। ਮੇਰੀ ਸਮਝ 10 ਸਾਲਾਂ ਬਾਅਦ ਜਾ ਕੇ ਬਣੀ ਹੈ ਕਿ ਖੇਤੀ ਧੰਦਾ ਨਹੀਂ ਹੈ। ਧੰਦਾ ਕੀ ਹੁੰਦਾ ਹੈ? ਧੰਦੇ ਦੇ ਵਿੱਚ ਤਾਂ ਤੁਸੀਂ ਕੁਝ ਵੇਚਦੇ ਹੋ ਨਾ, ਮੁਨਾਫਾ ਹੈ ਨਾ। ਤਾਂ ਤੁਸੀਂ ਇਹਦੇ ਵਿੱਚ ਤੁਸੀਂ, ਕਿਸਾਨ ਕੀ ਵੇਚ ਲੂਗਾ? ਕਿਸਾਨ ਤਾਂ ਖੁਰਾਕੀ ਤੱਤੀ ਵੇਚੂਗਾ ਆਪਦੇ। ਜੇ ਉਹਨੇ ਗੰਨਾ ਵੇਚਿਆ ਤਾਂ ਮੈਂ ਆਪਣਾ ਜ਼ਿੰਕ, ਪੋਟਾਸ਼, ਮੈਗਨੀਸ਼ੀਅਮ ਹੀ ਵੇਚਿਆ, ਮੈਂ ਤਾਂ ਵੇਚੀ ਜਾਣਾ ਆਪਦੇ ਖੁਰਾਕੀ ਤੱਤ। ਤਾਂ ਜਦੋਂ ਦੀ ਹੁਣ ਸਮਝ ਬਣੀ ਹੈ, ਹੁਣ ਭਾਈ ਕਿਲੋ ਗੁੜ ਵੇਚਣ ਲੱਗੇ ਡਰ ਲੱਗਦਾ ਹੈ ਕਿ ਭੁੱਖਾ ਰਹਿ ਲਾ, ਘੱਟ ਖਾ ਲਾ, ਲੋੜਾਂ ਘਟਾ ਲਾ ਆਪਦੀਆਂ, ਲੇਕਿਨ ਖੁਰਾਕੀ ਤੱਤ ਨਾ ਵੇਚੋ। ਆਉਣ ਵਾਲਾ ਸਮਾਂ ਖੁਰਾਕੀ ਤੱਤਾਂ ਦਾ ਹੈ, ਤਾਂ ਖੁਰਾਕੀ ਤੱਤਾਂ ਦੀ ਸਾਰੀ ਖੇਡ ਹੈ। ਅੱਛਾ, ਚਲੋ ਕਦੇ ਜਦੋਂ ਦੀ ਇਹ ਸਮਝ ਬਣੀ ਹੈ, ਚਲੋ ਤੁਸੀਂ ਪਹਿਲਾਂ ਵਕਾਲਤ ਕੀਤੀ 20 ਸਾਲ ਲਾ ਲਓ, 15 ਸਾਲ ਲਾ ਲਓ, ਫਿਰ 10 ਸਾਲ ਕੁਦਰਤੀ ਖੇਤੀ ਕੀਤੀ, ਰਿਜ਼ਲਟ ਚੰਗੇ ਆਏ। ਕੁਝ ਇੱਕ ਜਿਹੜੇ ਕੁਝ ਇੱਕ ਲੋਕ ਜਿਹੜੇ ਤੁਹਾਡੇ ਤੋਂ ਸਿੱਖ ਕੇ ਵੀ ਗਏ, ਹੁਣ ਤੁਹਾਡੀਆਂ ਗੱਲਾਂ ਸੁਣ ਕੇ ਨਿਰਾਸ਼ ਹੋਣਗੇ। ਉਹ ਸੋਚਣਗੇ ਕਿ ਭਾਈ ਸਾਨੂੰ ਪਹਿਲਾਂ ਹੇਅਰ ਸਾਹਿਬ ਨੇ ਹੋਰ ਪਾਸੇ ਲਾਇਆ, ਹੁਣ ਹੋਰ ਪਾਸੇ। ਨਹੀਂ, ਨਿਰਾਸ਼ ਨਹੀਂ ਹੋਣਗੇ। ਮੈਂ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਕਹੀ ਜਾਣਾ ਹੈਗਾ ਕਿ ਇਹਨੂੰ ਕਮਰਸ਼ੀਅਲ ਮਾਡਲ ਤੇ ਨਾ ਲੈ ਕੇ ਜਾਓ। ਜੀ ਆਜੋ। ਤਾਂ ਇਹ ਜਿਹੜਾ ਹੈਗਾ ਜੀ ਮਾਡਲ, ਇਹ ਧੰਦਾ ਨਹੀਂ ਹੈਗਾ, ਇਹਨੂੰ ਤੁਸੀਂ ਕਮਰਸ਼ੀਅਲ ਮਾਡਲ ਤੇ ਨਾ ਲੈ ਕੇ ਜਾਓ, ਇਹਨੂੰ ਸੈਲਫ ਕੰਜ਼ੰਪਸ਼ਨ ਬੇਸਡ ਮਾਡਲ ਤੇ ਚਲੋ। ਤੁਸੀਂ ਆਪਣੇ ਲਈ ਉਗਾਓ, ਆਪਣੇ ਲਈ ਉਗਾਓ ਤੁਸੀਂ। ਫਿਰ ਜਿਹੜਾ ਹੈਗਾ ਤੁਹਾਨੂੰ ਲੱਗਦਾ, ਜਾਂ ਤੁਹਾਡੇ ਕੋਲੇ ਕੋਈ ਨਿਊਟ੍ਰੀਸ਼ਨ ਦਾ ਸਰੋਤ ਹੈਗਾ, ਆਊਟਸੋਰਸ ਕਰ ਸਕਦੇ ਹੋ। ਮੰਨ ਲਓ ਕਿਸੇ ਬੰਦੇ ਦੀ ਜਿਹੜੀ ਹੈਗੀ ਹੈ ਕੁਝ ਇਸ ਟਾਈਪ ਦੀ ਫੈਕਟਰੀ ਹੈ ਕਿ ਉਹਦੇ ਕੋਲੇ ਕੁਛ ਤਰ੍ਹਾਂ ਦਾ ਕੋਈ ਰੈਜ਼ੀਡਿਊ ਆਉਂਦਾ ਹੈ, ਉਹ ਹੁਣ ਉਹ ਨਿਊਟ੍ਰੀਸ਼ਨ ਸਰੋਤ ਆਊਟਸੋਰਸ ਕਰ ਸਕਦਾ ਹੈ। ਤਾਂ ਜੇਕਰ ਤੁਹਾਡੇ ਕੋਲੇ ਕੋਈ ਐਕਸਟਰਾ ਹਾਲਾਤ ਨੇ, ਨਿਊਟ੍ਰੀਸ਼ਨ ਕਿਸੇ ਪਾਸੋਂ ਫ੍ਰੀ ਮਿਲਦਾ ਹੈ, ਫਿਰ ਤੁਸੀਂ ਇਹਨੂੰ ਕਮਰਸ਼ੀਅਲ ਮਾਡਲ ਤੇ ਲਿਜਾ ਸਕਦੇ ਹੋ, ਵਰਨਾ ਇਹਨੂੰ ਜਿਹੜਾ ਹੈਗਾ ਕਮਰਸ਼ੀਅਲ ਮਾਡਲ ਤੇ ਨਹੀਂ ਲੈ ਕੇ ਜਾਣਾ। ਅੱਛਾ ਹੇਅਰ ਸਾਹਿਬ, ਜਾਨੀ ਮੈਂ ਕੀ ਸਮਝਾਂ ਤੁਹਾਡੇ ਕਹਿਣ ਤੋਂ ਭਾਵ ਕਿ ਹੁਣ ਜਿਹੜਾ ਬੰਦਾ ਖੇਤੀਬਾੜੀ ਕਰਦਾ ਹੈ, ਉਹ ਫਸਲ ਮੰਡੀ ਦੇ ਵਿੱਚ ਵੇਚਦਾ ਤੇ ਵੇਚ ਕੇ ਆਪਣੇ ਨਿਆਣੇ ਦੀਆਂ ਫੀਸਾਂ ਦਿੰਦਾ, ਬਿਮਾਰੀ ਦੇ ਲਈ ਪੈਸੇ ਕਿਤੇ ਲਾਉਂਦਾ, ਉਹਨੇ ਮਾੜਾ ਮੋਟਾ ਘਰ ਨੂੰ ਟੀਪ ਪਲਸਤਰ ਕਰਨਾ। ਹੁਣ ਅਸੀਂ ਇਕੱਲਾ ਆਪਣੇ ਖਾਣ ਨੂੰ ਉਗਾਈਏ, ਕਮਰਸ਼ੀਅਲ ਐਂਗਲ ਛੱਡ ਦਈਏ? ਬਿਲਕੁਲ, ਜੇ ਮੈਂ ਜਮਾ ਠੇਠ ਸ਼ਬਦਾਂ 'ਚ ਕਹਾਵਾਂ ਤਾਂ ਇਹੀ ਹੈ। ਨਹੀਂ ਫਿਰ ਭੁੱਖੇ ਮਰ ਜਾਵਾਂਗੇ। ਜਾਂ ਤਾਂ ਫਿਰ ਇੱਕ ਪਾਸੇ ਮੌਤ ਤੁਹਾਨੂੰ ਭੁੱਖ ਨਾਲ ਹੈ, ਜਾਂ ਤਾਂ ਤੁਹਾਨੂੰ ਲੋੜਾਂ ਘੱਟ ਕਰਨੀਆਂ ਪੈਣੀਆਂ ਆਪਣੀਆਂ, ਜਾਂ ਤਾਂ ਲੋੜਾਂ ਘੱਟ ਕਰਨੀਆਂ ਪੈਣੀਆਂ। ਹੁਣ ਮੇਰਾ ਦਾਦਾ ਵੀ ਖੇਤੀ ਕਰਦਾ ਸੀਗਾ, ਠੀਕ ਹੈ। ਉਹ ਖੇਤੀ ਜਿਹੜਾ ਸੀਗਾ ਆਪਦੀਆਂ ਉਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਸੀ, ਉਹਦੀਆਂ ਜ਼ਰੂਰਤਾਂ ਸਾਰੀਆਂ ਖੇਤੀ 'ਚੋਂ ਪੂਰੀਆਂ ਹੁੰਦੀਆਂ ਸੀ, ਠੀਕ ਹੈ। ਤਾਂ ਸੱਚ ਤਾਂ ਇਹੋ ਹੀ ਹੈ, ਇਹ ਕੌੜਾ ਜ਼ਰੂਰ ਹੈਗਾ। ਨਹੀਂ ਹੇਅਰ ਸਾਹਿਬ, ਮੈਂ ਤੁਹਾਡੀਆਂ ਗੱਲਾਂ ਮੇਰੇ ਮਨ ਨੂੰ ਲੱਗਦੀਆਂ, ਮੈਂ ਐਸੀ ਨਹੀਂ ਗੱਲ ਕਰਦਾ, ਮੈਂ ਨਾ ਤੁਹਾਡੀਆਂ ਗੱਲਾਂ ਨੂੰ ਜਿਹੜਾ ਉਹ ਨਕਾਰਦਾ। ਮੇਰਾ ਸਵਾਲ ਤਾਂ ਇਹ ਹੈ ਕਿ ਜਦੋਂ ਦਾਦਾ ਜੀ ਖੇਤੀ ਕਰਦੇ ਸੀ ਨਾ, ਚੈਲੰਜ ਹੈਗਾ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਪਰ ਦਾਦਾ ਜੀ ਨੇ ਨਾ ਤਾਂ ਮੋਬਾਈਲ ਦਾ ਬਿੱਲ ਦੇਣਾ ਸੀ, ਬਿਲਕੁਲ, ਨਾ ਦਾਦਾ ਜੀ ਦੇ ਬੱਚੇ ਸਕੂਲ 'ਚ ਪੜ੍ਹਦੇ ਸੀ, ਡੈਡੀ ਜੀ ਜਾਂ ਭੂਆ ਜੀ ਨਾ ਉਹ ਸਕੂਲਾਂ 'ਚ ਪੜ੍ਹਦੇ ਸੀ, ਬਿਲਕੁਲ, ਤੇ ਦਾਦਾ ਜੀ ਉਦੋਂ ਸਾਈਕਲ ਚਲਾਉਂਦੇ ਸੀ, ਬਿਲਕੁਲ, ਤੁਸੀਂ ਸਕੂਟਰ 'ਚ ਤੇਲ ਵੀ ਪਾਉਣਾ, ਬਿਲਕੁਲ ਬਿਲਕੁਲ, ਉਦੋਂ ਤਾਂ ਸੇਪੀ ਚੱਲਦੀ ਸੀ। ਹੁਣ ਤਾਂ ਆਪਾਂ ਤੁਸੀਂ ਕੁੜਤਾ ਪਜਾਮਾ ਸਵਾਇਆ, ਕੱਪੜਾ ਲੈਣਾ। ਪਰ ਜਿਹੜੀ ਗੱਲ ਤੁਹਾਡੀ ਠੀਕ ਹੈ, ਥਿਊਰੀ ਥੋੜੀ ਬਹੁਤ ਸੋਹਣੀ ਆ, ਪਰ ਪ੍ਰੈਕਟੀਕਲੀ ਅਸੀਂ ਜੀਵਾਂਗੇ ਕਿੱਦਾਂ? ਜਾਣੀ ਕਿੱਥੋਂ ਲੋੜਾਂ ਪੂਰੀਆਂ ਕਰਾਂਗੇ? ਜਾਣੀ ਖੇਤੀਬਾੜੀ ਨੂੰ ਛੱਡ ਕੇ ਜੇ ਅਸੀਂ ਘਰ ਲਈ ਪੈਦਾ ਕਰ ਲਵਾਂਗੇ ਤਾਂ ਬਾਹਰ ਤਾਂ ਇੰਡਸਟਰੀ ਸਾਡੇ ਕੋਲ ਅੱਗੇ ਹੈ ਨਹੀਂ, ਅਸੀਂ ਲੰਗਰ ਪ੍ਰਸ਼ਾਦਾ ਕਿੱਥੋਂ ਛਕਣਾ? ਜੀ ਬਿਲਕੁਲ, ਤੁਹਾਡੇ ਗੱਲ ਬਿਲਕੁਲ, ਤੁਹਾਡੇ ਸਵਾਲ ਬਿਲਕੁਲ ਜਾਇਜ਼ ਨੇ ਜੀ, ਠੀਕ ਹੈ। ਪਰ ਜਿਹੜੇ ਹਾਲਾਤ ਬਣੇ ਹੋਏ ਨੇ ਹੁਣ ਉਹਨਾਂ ਦਾ ਕੀ ਹੱਲ ਕੱਢੀਏ? ਦੱਸੋ ਨਾ ਤੁਸੀਂ। ਟੌਪ ਸੋਇਲ ਦੇ ਵਿੱਚੋਂ ਸਾਡੇ ਕੁਛ ਰਹਿ ਹੀ ਨਹੀਂ ਗਿਆ ਕੋਲੇ, ਕੀ ਕਰਾਂਗੇ ਹੁਣ? ਜਾਂ ਤਾਂ ਫਿਰ ਅਸੀਂ ਜਿਹੜਾ ਹੈਗਾ ਕਮਾ ਲਾਂਗੇ ਤੇ ਸਾਰਾ PGI ਨੂੰ ਜਾਂ ਡਾਕਟਰਾਂ ਨੂੰ ਦੇ ਆਵਾਂਗੇ। ਹਾਲਾਤ ਤਾਂ ਹੁਣ ਜਿਹੜੇ ਦਿਖ ਰਹੇ ਨੇ ਸਾਡੇ ਸਾਹਮਣੇ ਹੀ ਨੇ, ਹੈ ਤਾਂ ਕੌੜਾ ਸੱਚ ਹੈ ਨਾ।
ਕੌੜਾ ਸੱਚ ਹੈ ਇਹ। ਜੀ। ਜਿੱਥੇ ਅਸੀਂ ਪਹੁੰਚ ਗਏ ਹਾਂ ਇਹਦੇ ਵਿੱਚ ਬਿਮਾਰੀਆਂ ਦੇ ਜਿਹੜੇ ਹਾਲਾਤ ਨੇ ਸਾਡੇ, ਜਿਹੜਾ ਹੁਣ ਸਾਡਾ ਆਹ ਦਿਖ ਰਿਹਾ ਸਾਨੂੰ ਇਹ ਫੂਡ ਦੀ, ਹੁਣ ਮੈਂ ਫੂਡ ਸ਼ਾਰਟੇਜ ਦੀ ਜੇ ਗੱਲ ਕਰੂੰਗਾ ਜੀ। ਕਿ ਸਾਡਾ ਹੁਣ ਭੋਜਨ ਮੁੱਕ ਗਿਆ। ਤੁਸੀਂ ਕੱਪੜਿਆਂ ਬਿਨਾਂ ਸਾਰ ਸਕਦੇ ਹੋ, ਮੋਬਾਈਲ ਬਿਨਾਂ ਸਾਰ ਸਕਦੇ ਹੋ, ਪਰ ਭੁੱਖੇ ਨਹੀਂ ਸਾਰ ਸਕਦੇ। ਕਿੰਨੇ ਕੁ ਦੇਰ ਬਾਅਦ, ਕਿਉਂਕਿ ਅਸੀਂ ਪੰਜਾਬੀ ਉਦੋਂ ਸਮਝਦੇ ਹੁੰਦੇ ਆ ਜੇ ਤੁਹਾਡੀਆਂ ਗੱਲਾਂ ਠੀਕ ਨੇ, ਹਾਂ, ਕਿੰਨੇ ਕੁ ਸਾਲਾਂ ਬਾਅਦ ਤੁਹਾਨੂੰ ਲੱਗਦਾ ਕਿ ਹਰ ਇੱਕ ਬੰਦੇ ਨੂੰ ਐਂ ਲੱਗਣ ਲੱਗ ਵੀ ਇਹ ਟੀਕਾ ਤਾਂ ਸਾਡੇ ਲੱਗ ਗਿਆ, ਵੀ ਸਾਨੂੰ ਪਹਿਲਾਂ ਸੋਚਣਾ ਚਾਹੀਦਾ ਸੀ? ਜਿੱਦਣ ਯੂਰੀਆ DAP ਤੋਂ ਸਬਸਿਡੀ ਚੱਕਤੀ, ਅੱਛਾ ਉਦੋਂ ਨਹੀਂ? ਉਦੋਂ ਨਹੀਂ, ਉਦੋਂ ਇੱਕ ਹੋਰ ਵੱਡੀ ਸਟੇਟਮੈਂਟ ਦੇਣ ਲੱਗਿਆ ਹੈ ਜੀ। ਮੇਰੇ ਨਾਲ ਬਹੁਤ ਲੋਕ ਸਹਿਮਤ ਨਹੀਂ ਹੋਣਗੇ। ਜਿੱਦਣ ਯੂਰੀਆ DAP ਤੋਂ ਸਬਸਿਡੀ ਚੱਕੀ, ਆ ਜਿਹੜਾ ਯੂਰੀਆ DAP ਦਾ ਗੱਟਾ ਹੈਗਾ ਜੀ। ਇਹ ਬੰਦ ਹੋ ਜਾਵੇ, ਪੰਜਾਬ ਭੁੱਖ ਨਾਲ ਮਰ ਜਾਊਗਾ। ਪੰਜਾਬ ਦੇ ਕੋਲੇ ਆਪਦੇ ਖਾਣ ਜੋਗਰਾ ਪੈਦਾ ਨਹੀਂ ਹੋਣਾ। ਜਿਹੜਾ ਅਸੀਂ ਕਹਿੰਦੇ ਆ ਨਾ, ਬਹੁਤ ਵੱਡੇ ਦਮਗਜੇ ਮਾਰਦੇ ਆ ਕਿ ਪੰਜਾਬ ਤਾਂ ਜਿਹੜੀ ਜ਼ਮੀਨ ਬਹੁਤ ਫਰਟਾਈਲ ਲੈਂਡ ਹੈ, ਇਹ ਹੁੰਦੀ ਸੀ ਪਰ ਹੁਣ ਨਹੀਂ ਹੈ। ਹੁਣ ਇਸ ਮਿੱਟੀ ਦੇ ਵਿੱਚੋਂ ਅਸੀਂ ਪੰਜਾਬ ਦੇ ਲੋਕਾਂ ਜੋਗਰਾ ਬਿਨਾਂ ਯੂਰੀਆ DAP ਤੋਂ ਖਾਣ ਜੋਗਰਾ ਪੈਦਾ ਨਹੀਂ ਕਰ ਸਕਦੇ। ਇਹ ਹਾਲਾਤ ਨੇ ਪੰਜਾਬ ਦੀ ਮਿੱਟੀ ਅਸੀਂ ਦੇ। ਲੋਕਾਂ ਨੂੰ ਹਰ ਵਾਰੀ ਕਹਿੰਦੇ ਨੇ ਆਸਵੰਦ ਰਹੋ, ਕਿਉਂਕਿ ਅੱਗੇ ਲੋਕ ਬੜੇ ਨਿਰਾਸ਼ ਨੇ, ਪਰ ਹੁਣ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜਾ ਬੰਦਾ ਅਜੇ ਐਨ ਲੀਕ ਤੇ ਸਰਵਾਈਵ ਕਰਦਾ, ਉਹ ਤਾਂ ਹੋਰ ਜ਼ਿਆਦਾ ਨਿਰਾਸ਼ ਹੋ ਜਾਊਗਾ। ਇਹ ਸਾਡਾ ਕੰਮ ਹੁੰਦਾ ਪੱਤਰਕਾਰਾਂ ਦਾ ਕਿ ਲੋਕਾਂ ਨੂੰ ਅੱਧ ਵਿਚਾਲੇ ਛੱਡਣਾ। ਲੋਕ ਚਾਹੇ ਨਿਰਾਸ਼ ਹੋ ਜਾਣ, ਕੋਈ ਮਾੜਾ ਮੋਟਾ ਹੱਲ ਵੀ ਦੱਸੋ। ਬਿਲਕੁਲ ਮੈਂ ਉਹੀ ਦੱਸ ਰਿਹਾ, ਆਪਾਂ ਅੱਗੇ ਚੱਲਦੇ। ਹਾਂਜੀ, ਅੱਛਾ, ਅੱਗੇ ਜਾ ਸਕਦੇ ਹਾਂ। ਠੀਕ ਹੈ ਜੀ। ਮੈਂ ਉਹੀ ਦੱਸ ਰਿਹਾ ਕਿ ਇੱਕ ਤਾਂ ਸਾਨੂੰ ਜਿਹੜਾ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪੈਣਾ, ਸਾਨੂੰ ਸਾਡੀਆਂ ਪ੍ਰਾਇੋਰਟੀਜ਼ ਦੇਖਣੀਆਂ ਪੈਣੀਆਂ ਨੇ ਜੀ। ਸਾਡੀਆਂ ਹੁਣ ਪ੍ਰਾਇੋਰਟੀਜ਼ ਕੀ ਨੇ? ਕੀ ਸਾਡੀ ਪ੍ਰਾਇੋਰਟੀ ਮੋਬਾਈਲ ਹੈ? ਫੂਡ ਦੇ ਮੁਕਾਬਲੇ ਤੇ ਸਾਡੀ ਪ੍ਰਾਇੋਰਟੀ ਮੋਬਾਈਲ ਹੈ ਜਾਂ ਬ੍ਰਾਂਡਡ ਕੱਪੜੇ ਨੇ? ਤਾਂ ਸਾਨੂੰ ਹੁਣ ਆਪਣੀ ਪ੍ਰਾਇੋਰਟੀਜ਼ ਦੇਖਣੀਆਂ ਪੈਣੀਆਂ ਨੇ ਜੀ। ਹੈ ਤਾਂ ਸਾਨੂੰ ਹੁਣ ਜਿਹੜਾ ਹੈਗਾ ਆਪਣੀਆਂ ਲੋੜਾਂ ਘਟਾਉਣੀਆਂ ਪੈਣੀਆਂ ਨੇ। ਠੀਕ ਹੈ ਜੀ। ਸਾਨੂੰ ਆਪਣਾ ਜਿਹੜਾ ਨਿਊਟ੍ਰੀਐਂਟ ਪੰਪਿੰਗ ਤੇ ਕੰਮ ਕਰਨਾ ਪੈਣਾ ਹੈ। ਸਾਨੂੰ ਜਿਹੜਾ ਹੈਗਾ ਰੀਸਾਈਕਲਿੰਗ ਤੇ ਕੰਮ ਕਰਨਾ ਪੈਣਾ ਹੈ ਕਿ ਨਿਊਟ੍ਰੀਸ਼ਨ ਦੀ ਡਰੇਨੇਜ ਜਿੰਨੀ ਹੋ ਸਕਦੀ ਹੈ ਘਟਾ ਲਈਏ, ਇਹਨੂੰ ਰੀਸਾਈਕਲ ਕਰ ਲਈਏ। ਜੀ, ਬਿਲਕੁਲ ਠੀਕ ਹੈ। ਤਾਂ ਇਹ ਸਾਨੂੰ ਜਿਹੜਾ ਹੈਗਾ ਹਜੇ ਖੁਸ਼ਕਿਸਮਤੀ ਹੈ ਸਾਡੀ ਕਿ ਸਾਡੀ ਡੀਪ ਸੋਇਲ ਦੇ ਵਿੱਚ ਨਿਊਟ੍ਰੀਸ਼ਨ ਪਿਆ ਹੈ। ਇਹ ਕੁਝ ਸਟੋਰ ਹੈਗਾ ਬਹੁਤ ਵੱਡਾ ਸਟੋਰ ਹੈਗਾ। ਇੱਕ ਆ ਕੀ ਹੈ ਜੀ? ਇਹ ਕਿਹਦਾ ਕੀ ਚੀਜ਼? ਇਹ ਤਾਂ ਪਪੂਲਰ ਹੈ। ਅੱਛਾ, ਅਗਲਾ? ਹਾਂ, ਇਹ ਮਲੇਸ਼ੀਅਨ ਸਾਲ ਹੈ। ਅੱਛਾ, ਮਲੇਸ਼ੀਅਨ ਹਾਂ, ਉਸ ਤੋਂ ਅੱਗੇ ਕਦਮ ਹੈ। ਠੀਕ ਹੈ ਜੀ। ਹਾਂ, ਇਹ ਹੁਣ ਜਿਹੜੇ ਮੇਰੇ ਜਾਨਵਰ ਨੇ ਸਾਰੇ, ਤੁਸੀਂ ਕਮਰੇ ਦੇ ਬਾਹਰ ਇੱਕ ਸਲੋਗਨ ਲਿਖਿਆ ਦੇਖਿਆ ਸੀਗਾ, ਸੋਹਣਗੜ੍ਹ ਨੈਚੁਰਲ ਫਾਰਮ, ਜਿੱਥੇ ਵਨਸਪਤੀ ਜੀਵਾਂ ਦਾ ਪੋਸ਼ਣ ਕਰੇ ਤੇ ਜੀਵ ਵਨਸਪਤੀ ਦਾ ਪੋਸ਼ਣ ਕਰਨ। ਜੀ। ਇਹ ਤੁਸੀਂ ਕਿੰਨੂ ਵੀ ਪਿਆ ਦੇਖ ਸਕਦੇ ਹੋ ਉੱਥੇ। ਠੀਕ ਹੈ ਜੀ। ਠੀਕ ਹੈ। ਇੱਕ ਫਰੂਟ ਪਿਆ ਦੇਖੇ ਨਾ, ਕਈ ਤਰ੍ਹਾਂ ਦਾ ਫਰੂਟ ਪਿਆ ਜੀ। ਇਹ ਸਾਰਾ ਅਸੀਂ ਇਹਨਾਂ ਨੂੰ ਆਪਣੇ ਜਾਨਵਰਾਂ ਨੂੰ ਖਵਾਉਣੇ ਆ। ਠੀਕ ਹੈ। ਮੈਂ ਨਿਊਟ੍ਰੀਸ਼ਨ ਡਰੇਨੇਜ ਕਰਨ ਤੋਂ ਮੈਂ ਦੱਸਿਆ ਮੈਂ ਡਰ ਲੱਗਦਾ ਹੈ। ਬਿਲਕੁਲ ਠੀਕ। ਕਿ ਹੁਣ ਡਰੇਨੇਜ ਕਰੂੰਗਾ ਤਾਂ ਮੇਰਾ ਨਿਊਟ੍ਰੀਸ਼ਨ ਡਰੇਨ ਹੋ ਜਾਊਗਾ। ਤਾਂ ਇੱਥੇ ਇਹਨਾਂ ਨੇ ਖਾ ਕੇ ਬਿੱਠਾ ਇੱਥੇ ਦੇ ਦਿੱਤੀਆਂ ਨਾ, ਤਾਂ ਮੇਰਾ ਨਿਊਟ੍ਰੀਸ਼ਨ ਇੱਥੇ ਹੀ ਪਿਆ। ਤਾਂ ਜਿੰਨੀ ਡਰੇਨੇਜ ਘਟਾ ਲਈਏ ਜੀ ਤਾਂ ਉਨਾ ਹੀ ਚੰਗਾ ਹੈ। ਜੀ। ਬਿਲਕੁਲ ਠੀਕ ਹੈ ਜੀ। ਇਹ ਸਾਰਾ ਕੁਝ ਚੱਕ ਕੇ ਫਿਰ ਖੇਤਾਂ 'ਚ ਇਹ ਸਾਰੇ ਕੁਝ ਨੂੰ ਵਾਪਸ ਇਹਦੇ 'ਚ ਨਿਊਟ੍ਰੀਸ਼ਨ ਹੈ। ਇਹ ਸਾਰਾ ਨਿਊਟ੍ਰੀਸ਼ਨ ਹੈ। ਤਾਂ ਇਹ ਨਿਊਟ੍ਰੀਸ਼ਨ ਨੂੰ ਅਸੀਂ ਹੁਣ ਵਾਪਸ ਫਿਰ ਖੇਤਾਂ 'ਚ ਵਨਸਪਤੀ ਜੀਵਾਂ ਨੂੰ ਪਾਲਦੀ ਹੈ ਤੇ ਜੀਵ ਵਨਸਪਤੀ ਨੂੰ ਪਾਲਦੇ ਆ। ਕਿਵੇਂ? ਮੈਨੂੰ ਉਹ ਚਾਹੀਦਾ ਸੀਗਾ, ਮੈਂ ਛੋਲੇ ਬੀਜੇ, ਚਨਾ ਬੀਜਿਆ। ਚਨਾ ਮੇਰੀ ਜ਼ਰੂਰਤ ਸੀਗੀ, ਉਹਦੇ ਵਿੱਚ ਬਾਥੂ ਉੱਗਿਆ ਆ। ਹੁਣ ਬਾਥੂ ਅਸੀਂ ਪੱਟ ਕੇ ਜਿਹੜਾ ਇਹਨਾਂ ਨੂੰ ਖਵਾਤਾ, ਤਾਂ ਇਹਨਾਂ ਨੇ ਖਾ ਕੇ ਜਿਹੜਾ ਆਪਣੀਆਂ ਬਿੱਠਾਂ ਕਰਤੀਆਂ, ਬਿੱਠਾਂ ਦੇ ਨਾਲ ਅਸੀਂ ਛੋਲੇ ਪਾਲ ਲਏ। ਠੀਕ ਹੈ। ਵਨਸਪਤੀ ਜੀਵਾਂ ਨੂੰ ਪਾਲਦੀ ਹੈ, ਜੀਵ ਵਨਸਪਤੀ ਨੂੰ ਪਾਲਦੀ ਹੈ। ਆਹੀ ਸਾਰਾ ਕੁਝ ਖੇਡ ਹੈ। ਬੜਾ ਇਹ ਤਾਂ ਗਣਿਤ ਹੈ। ਠੀਕ ਹੈ ਜੀ। ਇਹ ਤਾਂ ਗਣਿਤ ਹੈ ਸਾਰਾ। ਅੱਛਾ, ਮੈਨੂੰ ਇੱਕ ਗੱਲ ਦੱਸਿਓ, ਜਦੋਂ ਕਿਉਂਕਿ ਕਨਸੈਪਟ ਨਵਾਂ, ਲੋਕਾਂ ਨੇ ਇਤਰਾਜ਼ ਕਰਨਾ ਜੀ। ਤੁਸੀਂ ਪਾਸ ਹੋ ਸਕਦੇ ਹੋ, ਫੇਲ ਹੋ ਸਕਦੇ ਹੋ, ਜੋ ਮਰਜ਼ੀ ਹੈ ਜੀ। ਕੀ ਕਿਸੇ, ਕਿਉਂਕਿ ਤੁਹਾਡਾ ਬਹੁਤ ਸਾਰੀਆਂ ਯੂਨੀਵਰਸਿਟੀ ਨਾਲ ਵੀ ਸੰਪਰਕ ਰਿਹਾ, ਮਾਹਿਰ ਲੋਕ ਜਿਹੜੇ ਆ ਉਹਨਾਂ ਨਾਲ ਸੰਪਰਕ ਰਿਹਾ, ਤੁਸੀਂ ਖੁਦ ਕਿਸਾਨਾਂ ਨੂੰ ਸਿਖਾਉਂਦੇ ਹੋ ਜੀ, ਕੀ ਇਹ ਸਾਰੀਆਂ ਚੀਜ਼ਾਂ ਹੁਣ ਟੀਵੀ ਦੇ ਉੱਤੇ ਲੋਕਾਂ ਦੇ ਵਿੱਚ, ਮੀਡੀਆ ਦੇ ਵਿੱਚ ਕਹਿਣ ਤੋਂ ਪਹਿਲਾਂ ਕਿਸੇ ਐਕਸਪਰਟ ਬੰਦੇ ਨਾਲ ਉਹਨਾਂ ਵੀ ਰਾਏ ਕੀਤੀ ਕਿ ਭਾਈ ਸਿਚੁਏਸ਼ਨ ਆ ਬਣੀ ਜਾਂਦੀ, ਆਪਾਂ ਕੀ ਕਰੀਏ, ਕਿ ਸਿੱਧਾ ਠਾਹ ਕਰਤਾ ਬਸ? ਨਹੀਂ, ਠਾਹ ਕਰਨ ਤੋਂ ਮਤਲਬ ਨਹੀਂ ਹੈਗਾ। ਜੋ ਤੁਹਾਡੀ ਸਮਝ ਹੈ, ਇਹ ਮੇਰੀ ਸਮਝ ਹੈ। ਠੀਕ ਹੈ। ਇਹ ਸਭ ਨੂੰ ਪਤਾ, ਜਿੰਨੇ ਸਾਇੰਟਿਸਟ ਹੈ ਉਹ ਸਭ ਨੂੰ ਪਤਾ ਹੈ ਕਿ ਸਾਡੀ ਸੋਇਲ ਦੇ ਜਿਹੜੇ ਹਾਲਾਤ ਕੀ ਬਣੇ ਹੋਏ ਨੇ। ਠੀਕ ਹੈ। ਉਹ ਜਿੰਨਾ ਚਿਰ ਤਾਂ ਆਪਣੀ ਪੋਸਟ ਤੇ ਹੈਗੇ ਉਹਨਾਂ ਚਿਰ ਉਹ ਨਹੀਂ ਬੋਲਦੇ। ਉਸ ਤੋਂ ਬਾਅਦ ਜਦੋਂ ਰਿਟਾਇਰ ਹੋ ਜਾਂਦੇ ਆ ਉਦੋਂ ਕਿਤਾਬ ਵੀ ਲਿਖ ਦਿੰਦੇ ਨੇ, ਕਹਿ ਦਿੰਦੇ ਕਿ ਹਾਂ ਠੀਕ ਹੈ, ਬਾਅਦ ਚ ਲਿਖ ਦਿੰਦੇ ਨੇ। ਠੀਕ ਹੈ ਜੀ। ਤਾਂ ਕਿਸ ਤੋਂ ਛੁਪਿਆ ਨਹੀਂ ਹੋਇਆ ਕਿ ਜੋ ਹਾਲਾਤ ਨੇ ਮਿੱਟੀ ਦੇ, ਸਭ ਨੂੰ ਪਤਾ ਹੈ। ਸਭ ਨੂੰ ਪਤਾ। ਹਾਂ। ਜਿਹੜਾ ਇਹ ਤਾਂ ਰਿਕਾਰਡ ਹੈ ਨਾ ਕਿ ਤੁਸੀਂ ਜਿਹੜਾ ਕਾਰਬਨ ਕੰਟੈਂਟ ਹੈ, ਇਹ ਸਾਡਾ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ 3% ਸੀ। 3% ਤੋਂ 0.25 ਤੇ ਆਏ ਆ, ਕਿਸ ਰੇਸ਼ੋ ਨਾਲ ਆਏ ਆ ਜੀ। ਤੇ ਇਹ ਵੀ ਫੈਕਟ ਹੈ ਨਾ, ਸੱਚਾ ਜਾਵਾਂ ਕਿ 0.10 ਤੋਂ ਜਦੋਂ ਅੱਗੇ ਚੱਲ ਗਿਆ ਤਾਂ ਜ਼ਮੀਨ ਬੰਜਰ ਹੋ ਜਾਂਦੀ ਹੈ। ਲੱਖ ਯੂਰੀਆ ਪਾ ਲਓ, ਲੱਖ DAP ਪਾ ਲਓ, 0.10 ਤੋਂ ਗਿਆ ਤਾਂ ਗਿਆ। ਚਲੋ, ਮੈਂ ਹਾਲ ਦੀ ਘੜੀ ਮੰਨ ਲਓ ਮੂਲਧਨ 100 ਜੀ,
ਮੰਨ ਲਿਆ ਕਿ ਤੁਹਾਡੀ ਗੱਲ ਠੀਕ ਹੈ। ਹੁਣ ਧਰਤੀ ਦੀ ਉੱਪਰਲੀ ਪਰਤ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਥੱਲੜੀ ਪਰਤ ਤੋਂ ਲਿਆਉਣ ਲਈ ਜਾਣੀ ਵੀ ਆਮ ਬੰਦਾ, ਛੋਟਾ ਕਿਸਾਨ ਹੈ ਜਿਹੜਾ ਕੋਈ ਮਸ਼ੀਨਰੀ ਨਹੀਂ ਖਰੀਦ ਸਕਦਾ, ਜਿਹਦੇ ਕੋਲੇ ਕੋਈ ਸੇਵਿੰਗ ਨਹੀਂ, ਉਹ ਕਿੱਦਾਂ ਥਲੜਾ ਸੌਦਾ ਉੱਪਰਲੀ ਪਰਤ ਦੇ ਵਿੱਚ ਲੈ ਕੇ ਆਵੇ ਜਿਹਦੇ ਨਾਲ ਬਹੁਤਾ ਪੈਸਾ ਟਕਾ ਨਾ ਖਰਚ ਹੋਵੇ, ਉਹਨੇ ਖੇਤੀ ਵੀ ਕਰਨੀ ਹੋਵੇ ਕਰਨੀ। ਹਾਂ, ਬਹੁਤ ਵਧੀਆ ਸਵਾਲ ਹੈ ਜੀ। ਇੱਕ 5 ਏਕੜ ਵਾਲਾ ਕਿਸਾਨ ਹੈ, ਠੀਕ ਹੈ, ਹਾਲਾਤ ਮੈਂ ਦੱਸਦੇ ਕਿ ਆ ਭਿਆਨਕ ਹੈ ਜੀ। ਹੁਣ ਉਹਨੇ ਬਚਣਾ ਹੈ, ਉਹਨੇ ਕੀ ਕਰਨਾ ਹੈ ਕਿ ਉਹਨੇ ਆਪਣੇ ਖੇਤ ਦੇ ਵਿੱਚ ਨਾਰਥ ਟੂ ਸਾਊਥ, ਉੱਤਰ ਦੱਖਣ, ਹਰ 100 ਫੁੱਟ ਬਾਅਦ, ਜੇ ਉਹਦਾ ਖੇਤ ਮੰਨ ਲਓ ਉਹਦਾ ਨਾਰਥ ਸਾਊਥ 2 ਫੁੱਟ 2 ਕਿੱਲੇ ਵੀ ਮੱਥਾ ਲੱਗਦਾ ਜਾਂ 4 ਜਿੰਨੇ ਵੀ ਲੱਗਦਾ ਜੀ, ਉਹਨੇ ਆਪਣੇ ਖੇਤ ਦੇ ਵਿੱਚ ਈਸਟ ਤੋਂ ਵੈਸਟ ਨੂੰ ਚੱਲਣਾ, ਚੜ੍ਹਦੇ ਤੋਂ ਛਿਪਦੇ ਨੂੰ ਚੱਲਣਾ, ਤਾਂ ਹਰ 100 ਫੁੱਟ ਬਾਅਦ ਇੱਕ ਰੁੱਖਾਂ ਦੀ ਲਾਈਨ ਕੱਢ ਦੇਣੀ ਹੈ, ਨਾਰਥ ਸਾਊਥ ਲਾਈਨ ਕੱਢਣੀ ਹੈ, ਉੱਤਰ ਦੱਖਣ। ਫੇਰ ਸਾਹਿਬ ਜੀ, ਅਸੀਂ ਤਾਂ ਬੰਨਿਆਂ ਦੇ ਉੱਤੇ ਦਰਖਤ ਨਹੀਂ ਲਾਉਂਦੇ ਵੀ ਸ਼ੌਰ ਨਾਲ ਝਾੜ ਘਟਦਾ। ਹਾਂ, ਇਹ ਆਮ ਲੜਾਈਆਂ ਹੁੰਦੀਆਂ, ਜਾਨੀ ਜੇ ਬੰਨਾ ਕਿਸੇ ਦਾ ਮੰਨ ਲਓ ਆਪਣਾ ਬੰਨਾ, ਹਾਂ, ਇੱਥੇ ਜੇ ਤੁਸੀਂ ਕਿਤੇ ਦਰਖਤ ਲਾਤੇ ਤਾਂ ਮੈਂ ਤੁਹਾਡੇ ਗਲ ਪੈਣਾ ਕਿ ਭਾਈ ਮੇਰਾ ਤਾਂ ਇੱਥੋਂ ਝਾੜ ਹੀ ਨਹੀਂ ਹੋਣਾ, ਤੁਸੀਂ ਕਹਿੰਦੇ 100 ਫੁੱਟ ਬਾਅਦ ਪਾੜ ਲਾ ਦਿਓ। ਹਾਂ, ਉਹ ਸਬਰ ਕਰਨਾ ਪੈਣਾ, ਸਬਰ ਕਰਨਾ ਪੈਣਾ। ਉਹਦੇ ਨਾਲ ਇੰਨਾ ਝਾੜ ਨਹੀਂ ਘਟਦਾ ਕਿਉਂਕਿ ਇਹ ਲਾਈਨ ਅਸੀਂ ਨਾਰਥ ਸਾਊਥ ਕੱਢੀ ਹੈ। ਸੂਰਜ ਚੜ੍ਹਨਾ ਈਸਟ ਚੋਂ ਚੜ੍ਹਦੇ ਸੂਰਜ ਨੇ ਥੱਲੇ ਤੱਕ ਧੁੱਪ ਪੈ ਜਾਣੀ ਹੈ, ਵਾਪਸ ਮੁੜ ਕੇ ਆਉਣਾ ਇਧਰਲੇ ਪਾਸੇ, ਇਧਰੋਂ ਵੀ ਧੁੱਪ ਪੈ ਜਾਣੀ ਹੈ। ਅਸੀਂ 10 ਫੁੱਟ ਦੀ ਪੱਟੀ ਛੱਡਣੀ ਹੈ, ਉਹਨੇ 10 ਫੁੱਟ ਦੀ ਪੱਟੀ ਛੱਡਣੀ ਹੈ, ਹਰ 100 ਫੁੱਟ ਦਾ 10 ਫੁੱਟ ਦੀ ਪੱਟੀ ਛੱਡਣੀ ਹੈ। ਠੀਕ ਹੈ। ਇਸ ਪੱਟੀ ਦੇ ਵਿੱਚ ਰੁੱਖ ਲਾਉਣੇ ਨੇ, ਵਿਰਾਸਤੀ ਰੁੱਖ 5-7 ਗਿਣ ਦਿਓ। ਹਾਂ, ਉਹਨਾਂ ਦੇ ਵਿੱਚ ਤੁਸੀਂ ਟਾਹਲੀ ਲਾ ਦਿਓ, ਉਹਦੇ ਵਿੱਚ ਕਿੱਕਰ ਲਾ ਦਿਓ, ਉਹਦੇ ਵਿੱਚ ਅਰਜਨ ਲਾ ਦਿਓ, ਉਹਦੇ ਵਿੱਚ ਤੁਸੀਂ ਕਦਮ ਲਾ ਦਿਓ, ਤਾਂ ਉਹਦੇ ਵਿੱਚ ਮਲੇਸ਼ੀਅਨ ਸਾਲ ਲਾ ਦਿਓ। ਇਹ ਪੁਰਾਣੇ ਰੁੱਖ ਨੇ। ਇਹ ਬਹੁਤ ਮਹਿੰਗੇ ਮਿਲਦੇ ਆ? ਨਹੀਂ, ਬਿਲਕੁਲ ਸਸਤੇ, ਫ੍ਰੀ ਮਿਲਦੇ ਨੇ। ਅੱਛਾ। ਹਾਂ, ਫ੍ਰੀ ਮਿਲਦੇ ਨੇ ਜੰਗਲਾਤ ਮਹਿਕਮੇ ਤੋਂ। ਤੁਸੀਂ ਉਹਨਾਂ ਤੋਂ ਲੈ ਕੇ ਰੁੱਖ ਲਾ ਦਿੰਦੇ ਨੇ, 15-15 ਫੁੱਟ ਤੇ ਰੁੱਖ ਲਾਤੇ, ਹੁਣ ਉਹਦੇ ਥੱਲੇ ਛਾਂ ਹੋਗੀ। ਠੀਕ ਹੈ। ਇਸ ਛਾਂ ਦੇ ਵਿੱਚ ਤੁਸੀਂ ਉਹਦੇ 'ਚ ਹਲਦੀ ਲਾ ਦੇਣੀ ਹੈ, ਥੱਲੇ ਉਹਦੇ ਥੱਲੇ ਹਲਦੀ ਲਾ ਦੇਣੀ ਹੈ, ਤੁਹਾਨੂੰ ਪ੍ਰੋਡਕਸ਼ਨ ਮਿਲ ਜਾਣੀ ਹੈ। ਉਨੀ ਮਿਰਚ ਲਾ ਦੇਣੀ ਹੈ, ਤੁਸੀਂ ਤੁਹਾਡੇ ਪਰਿਵਾਰ ਵਾਸਤੇ ਜਿੰਨੀ ਹਲਦੀ ਚਾਹੀਦੀ, ਜਿੰਨੀ ਮਿਰਚ ਚਾਹੀਦੀ, ਤੁਹਾਨੂੰ ਮਿਲ ਜਾਣੀ ਉਹਦੇ ਵਿੱਚੋਂ। ਹਲਦੀ ਮਿਰਚ ਤੁਹਾਨੂੰ ਉੱਥੋਂ ਮਿਲ ਗਈ। ਇੱਥੇ ਉਹਨਾਂ ਨੇ ਪੰਪਿੰਗ ਕਰਨੀ ਹੈ, ਹੁਣ ਥੱਲਿਓਂ ਚੱਕ ਕੇ ਇਹਨਾਂ ਨੇ ਉੱਪਰ ਸਿੱਟਣਾ ਤੇ ਇਹਨਾਂ ਦੇ ਪੱਤੇ 100 ਫੁੱਟ ਤੱਕ ਚਲੇ ਜਾਣੇ ਨੇ। ਤਾਂ ਤੁਹਾਡੀ ਜਿਹੜੀ ਟੌਪ ਸੋਇਲ ਹੈਗੀ ਹੈ, ਆਉਣ ਵਾਲੇ 5 ਸਾਲਾਂ ਦੇ ਵਿੱਚ ਉਹ ਸੁਧਰਨ ਵਾਲੇ ਪਾਸੇ ਨੂੰ ਸ਼ੁਰੂ ਹੋ ਜਾਊਗੀ। ਤੁਸੀਂ ਇਹਨਾਂ ਦੇ ਵਿੱਚੋਂ ਕਈ ਰੁੱਖ ਇੱਥੇ ਲਾਇਓ ਆ, ਅੱਜ ਅਸੀਂ ਇੰਨਾ ਕੁ ਬੂਟਾ ਲਿਆਂਦਾ ਜੀ, ਉਹ ਲਾਤਾ, ਉਹ ਕਿੰਨੇ ਚਿਰ ਬਾਅਦ ਥੋੜਾ ਵੱਡਾ ਜਾਂਦਾ? ਕਿੰਨੇ ਸਾਲ, 20 ਸਾਲ ਲੱਗਦੇ? ਨਹੀਂ, ਜਿਹੜੇ ਇਹ ਸਾਡੇ ਵਿਰਾਸਤੀ ਰੁੱਖ ਨੇ, ਸਾਡੇ ਨੇਟਿਵ ਨੇ ਇੱਥੋਂ ਦੇ, ਬੜੀ ਗਰੋਥ ਫਾਸਟ ਹੈ। 5 ਸਾਲਾਂ ਦੇ ਵਿੱਚ ਤਾਂ ਬਹੁਤ ਜ਼ਬਰਦਸਤ ਹੋ ਜਾਂਦੇ ਨੇ। ਠੀਕ ਹੈ ਜੀ। ਹਾਂ, ਬਹੁਤ ਗਰੋਥ ਫਾਸਟ ਹੈ ਇਹਨਾਂ ਦੀ, ਛੇਤੀ ਹੋ ਜਾਂਦਾ। ਬਹੁਤ ਅੱਛਾ, ਇਹਦੇ ਤੋਂ ਬਿਨਾਂ ਜਿਹੜੀ ਵਿਰਾਸਤੀ ਰੁੱਖ ਲਾਉਣ ਤੋਂ ਬਿਨਾਂ ਤੁਸੀਂ ਗੰਡੋਇਆਂ ਦੀ ਕੋਈ ਗੱਲ ਕਰਦੇ ਸੀ? ਹਾਂ, ਉਹਦੇ ਵਿੱਚ ਜਦੋਂ ਸਾਨੂੰ ਜਿਹੜੀ ਹੈਗੀ ਹੈ, ਅਸੀਂ ਵੈਸੇ ਤਾਂ ਕੁਦਰਤ ਨੇ ਸਿਸਟਮ ਬਹੁਤ ਸੋਹਣਾ ਬਣਾਇਆ ਸੀਗਾ। ਅਸੀਂ ਜਿਹੜਾ ਸੀਗਾ ਖੇਤੀ ਦਾ ਜਿਹੜਾ ਮਾਡਲ ਲੈ ਆਂਦਾ ਨਾ, ਇਸ ਮਾਡਲ ਦੇ ਵਿੱਚ ਮਿੱਟੀ ਦੀਆਂ 2 ਜਾਤਾਂ ਬਣਾਤੀਆਂ। ਅਸੀਂ ਪਾਣੀ ਦੀਆਂ ਤਾਂ ਬਣਾਈਆਂ ਹੀ। ਹੁਣ ਤੁਸੀਂ ਮੇਰੇ ਕੋਲੇ ਆਏ ਹੋ, ਤੁਸੀਂ ਟੂਟੀ ਨੂੰ ਦੇਖ ਕੇ ਪੁੱਛੋਗੇ ਪਾਣੀ ਪੀਣ ਵਾਲਾ ਹੈ? ਜੇ ਪਾਣੀ ਦੀਆਂ ਪਹਿਲਾਂ ਪਾਣੀ ਦੀਆਂ ਜਾਤਾਂ ਬਣਾਤੀਆਂ ਨਾ, ਤਾਂ ਇਸੇ ਤਰ੍ਹਾਂ ਮਿੱਟੀ ਦੀਆਂ ਜਾਤਾਂ ਬਣਾਤੀਆਂ ਸੀ। ਜਦੋਂ ਅਸੀਂ ਹੈਵੀ ਮਸ਼ੀਨਰੀ ਚਲਾਉਂਦੇ ਆ, ਮਸ਼ੀਨਰੀ ਚਲਾ ਕੇ ਅਸੀਂ ਟੌਪ ਸੋਇਲ ਜਿਹੜੀ 10 ਇੰਚ ਨੂੰ ਤਾਂ ਵਾਹ ਲੈਂਦੇ ਆ ਕਲਟੀਵੇਟਰਾਂ ਨਾਲ, ਉਹਦੇ ਥੱਲੇ ਇੱਕ ਹਾਰਡ ਪੈਡ ਬਣ ਗਿਆ, ਇੱਕ ਗਿੱਠ ਚੌੜਾ, ਭਾਰਾ ਟਰੈਕਟਰ ਤੁਰਿਆ ਫਿਰਦਾ। ਅੱਛਾ, ਠੀਕ ਹੈ। ਲੇਜ਼ਰ ਲੈਵਲਰ ਮਾਰਿਆ, ਬੜਾ ਕੁਝ ਚਲਾਇਆ, ਉਹਦੇ ਨਾਲ ਅਸੀਂ ਇੱਕ ਹਾਰਡ ਪੈਡ ਬਣਾਤਾ। ਹਾਰਡ ਪੈਨ ਦੇ ਥੱਲੇ ਇੱਕ ਡੀਪਰ ਸੋਇਲ ਹੈਗੀ ਹੈ। ਹੁਣ ਜਿਹੜੀਆਂ ਦੋਨਾਂ ਮਿੱਟੀਆਂ ਦੇ ਜਿਹੜਾ ਵਿਚਾਲੇ ਜਿਹੜਾ ਹਾਰਡ ਪੈਡ ਬਣ ਗਿਆ, ਇਹਨੂੰ ਜਿਹੜਾ ਹੈਗਾ ਸਾਨੂੰ ਤੋੜਨਾ ਪੈਣਾ। ਉਹ ਤਾਂ ਰੋਕ ਹੀ ਲੈਂਦਾ ਹੋਣਾ, ਕਨੈਕਸ਼ਨ ਹੀ ਤੋੜਦਾ। ਹਾਂ, ਉਹਦਾ ਕਨੈਕਸ਼ਨ ਹੀ ਤੋੜਤਾ ਨਾ। ਠੀਕ ਹੈ ਜੀ। ਹਾਂ, ਤੇ ਉੱਪਰਲੀ ਮਿੱਟੀ ਤਾਂ ਅਸੀਂ ਨਿਚੋੜਤੀ, ਹੁਣ ਥੱਲੜੀ ਮਿੱਟੀ ਦੇ ਵਿੱਚ ਪਿਆ। ਹੁਣ ਥੱਲੜੀ ਮਿੱਟੀ ਦੇ ਵਿੱਚੋਂ ਜਿਹੜਾ ਹੈਗਾ, ਅੱਗੇ ਕੀ ਸੀਗਾ ਕਿ ਅੱਗੇ ਗਡੋਏ ਸੀਗੇ, ਉਹ ਗਡੋਏ ਥੱਲਿਓਂ ਚੱਕਦੇ ਸੀ, ਉੱਪਰ ਲਈ ਆਉਂਦੇ ਸੀ, ਤਾਂ ਮਿੱਟੀ ਦੀਆਂ ਜਾਤਾਂ ਹੀ ਹੈ ਨਹੀਂ ਸੀ, ਇੱਕ ਹੀ ਜਾਤ ਸੀ ਉਦੋਂ। ਠੀਕ ਹੈ। ਇਹ ਜਿਹੜਾ ਮਾਡਲ ਲੈ ਕੇ ਆਂਦੇ ਆ, ਇਹਦੇ ਨਾਲ ਅਸੀਂ ਜਿਹੜਾ ਹੈਗਾ ਮਿੱਟੀ ਦੀਆਂ ਵੀ 2 ਜਾਤਾਂ ਬਣਾਤੀਆਂ, ਟੌਪ ਸੋਇਲ ਤੇ ਡੀਪਰ ਸੋਇਲ। ਇਹ ਜਿਹੜੇ ਮਿੱਟੀ ਦੇ ਮਾਹਿਰ ਨੇ, ਜਿੱਥੇ ਆਪਾਂ ਮਿੱਟੀ ਟੈਸਟ ਕਰਾਉਨੇ ਆ ਜਾਂ ਮਿੱਟੀ ਦੇ ਉੱਤੇ ਖੋਜ ਕਰਨਾ, ਉਹ ਵੀ ਮੰਨਦੇ ਆ ਕਿ ਉਹ ਹਾਰਡ ਪਰਤ ਬਣਾਤੀ? ਮੰਨਦੇ ਆ, ਮੰਨਦੇ ਸਭ ਮੰਨਦੇ ਆ। ਠੀਕ ਹੈ, ਸਭ ਮੰਨਦੇ ਆ, ਸਭ ਮੰਨਦੇ ਆ। ਅੱਛਾ, ਇੱਕ ਮੈਨੂੰ ਹੇਰ ਸਾਹਿਬ ਹੋਰ ਦੱਸਿਓ, ਕਿਉਂਕਿ ਤੁਸੀਂ ਲਾਅ ਕੀਤਾ, ਕਾਨੂੰਨ ਦੀ ਪੜ੍ਹਾਈ ਕੀਤੀ, ਵਕਾਲਤ ਕੀਤੀ, ਤੁਸੀਂ ਮਾੜੀ ਮੋਟੀ ਨਿਗਾਹ ਵਿਦੇਸ਼ਾਂ ਤੇ ਵੀ ਰੱਖਦੇ ਹੋਵੋਗੇ। ਕੀ ਭਾਰਤ ਜਾਂ ਪੰਜਾਬ ਸੂਬੇ ਦੀ ਜਿਹੜੀ ਮਿੱਟੀ ਦੀ ਹਾਲਤ ਤੁਸੀਂ ਦੱਸੀ ਹੈ, ਦੁਨੀਆ ਦਾ ਕੋਈ ਹੋਰ ਮੁਲਕ ਜਾਂ ਕਿਸੇ ਹੋਰ ਮੁਲਕ ਦਾ ਖਿੱਤਾ ਵੀ ਇਸ ਸਟੇਜ ਦੇ ਉੱਤੇ ਹੈਗਾ ਕਿ ਅਸੀਂ ਇਕੱਲੇ ਹੀ ਦੁਨੀਆ 'ਚ ਨੰਗੇ ਨੱਚੀ ਜਾਂਦੇ? ਜਿੱਥੇ ਡਰੇਨੇਜ ਹੋਈ ਹੈ। ਠੀਕ ਹੈ ਜੀ। ਜਿੱਥੇ ਡਰੇਨੇਜ ਹੋਈ ਹੈ, ਉਹ ਇੰਡਸਟਰੀਅਲ ਐਗਰੀਕਲਚਰ ਆਈ ਹੈ, ਉੱਥੋਂ ਦੀ ਮਿੱਟੀ ਦਾ ਇਹੀ ਹਾਲਾਤ ਹੈ। ਡਰੇਨੇਜ ਹੋਈ ਹੈ। ਇੰਡੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਡਰੇਨੇਜ ਸਾਡੇ ਪੰਜਾਬ ਹਰਿਆਣਾ 'ਚ ਹੋਈ ਹੈ। ਗ੍ਰੀਨ ਰੈਵੋਲੂਸ਼ਨ ਵਾਲੀ ਬੈਲਟ, ਇੰਨੀ ਡਰੇਨੇਜ ਸੇਮ ਹਾਲਾਤ ਨੇ। ਇੰਨੀ ਡਰੇਨੇਜ ਤੁਸੀਂ ਇੰਡੀਆ 'ਚ ਕਿਤੇ ਨਹੀਂ ਹੋਈ। ਤਾਂ ਡਾਕਟਰ ਬੇਲਾ ਮੇਰੇ ਗੁਰੂ ਜਦੋਂ ਫਸਟ ਟਾਈਮ ਮੈਨੂੰ ਮਿਲੇ ਸੀਗੇ, ਤਾਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਵਿਦਿਨ ਕਮਿੰਗ 10 years ਪੰਜਾਬ ਵਿਲ ਬੀ ਦਾ ਕੈਪੀਟਲ ਆਫ 5 ਮੇਜਰ ਡਿਜ਼ੀਜ਼, ਤੇ ਇੱਥੋਂ ਦੀ ਜਿਹੜੀ ਹੈਗਾ ਕਿਸਾਨ ਸੁਸਾਈਡ ਕਰੂਗਾ। ਉਹਨਾਂ ਨੇ 2013 ਦੇ ਵਿੱਚ ਆ ਕੇ ਪ੍ਰੈਡਿਕਸ਼ਨ ਕੀਤੀ ਸੀ, ਤੇ ਇੱਥੋਂ ਦੀ ਜ਼ਮੀਨ ਬੰਜਰ ਹੋਊਗੀ। ਤੇ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਡਰਾ ਰਹੇ ਹੋ, ਤੇ ਕੀ ਸਾਨੂੰ ਅੱਜ ਤੁਸੀਂ ਵੀ ਲੱਗਦੇ ਡਰਾ ਰਹੇ ਹੋ? ਹਾਂ। ਤਾਂ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਡਰਾ ਰਹੇ ਹੋ, ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰੂਗਾ, ਇੱਥੋਂ ਦੀ ਜ਼ਮੀਨ ਬੰਜਰ ਹੋਊਗੀ, ਤੇ ਇੱਥੇ ਬਿਮਾਰੀਆਂ ਦੀ ਰਾਜਧਾਨੀ ਹੋਊਗਾ, ਤਾਂ ਕਿਉਂ ਕਿਸੇ ਦੁਨੀਆ ਦੇ ਕਿਸੇ ਹੋਰ ਖਿੱਤੇ ਜ਼ਹਿਰ ਨਹੀਂ ਪਿਆ ਜੀ? ਤਾਂ ਅਸੀਂ ਕਿਹੜਾ ਵੱਖਰਾ ਪਾਤਾ? ਤਾਂ ਉਹ ਕਹਿੰਦੇ ਕਿ ਹਾਂ, ਵਧੀਆ ਸਵਾਲ ਹੈ, ਹੁਣ ਮੈਂ ਤੈਨੂੰ ਕਹਿੰਦੇ ਸੀ ਜਵਾਬ ਦਿੰਦਾ। ਤੁਸੀਂ ਮੈਨੂੰ ਦੁਨੀਆ ਦੇ ਕਹਿੰਦੇ ਕਿਸੇ ਹਿੱਤੇ 'ਚ ਇੰਨੀ ਡਰੇਨੇਜ ਦਿਖਾ ਦਿਓ
ਜਿੰਨੀ ਡਰੇਨੇਜ ਪੰਜਾਬ 'ਚੋਂ ਹੋਈ ਹੈ 50 ਸਾਲਾਂ 'ਚ, 50 ਸਾਲਾਂ ਦੇ ਵਿੱਚ ਅਸੀਂ ਹਰ 6 ਮਹੀਨਿਆਂ ਬਾਅਦ ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਕੱਢੀਆਂ ਨੇ ਪੰਜਾਬ ਦੇ ਵਿੱਚੋਂ। ਤਾਂ ਇੰਨੇ ਖੁਰਾਕੀ ਤੱਤ ਸਾਡੇ ਡਰੇਨ ਹੋਏ ਨੇ। ਇੰਨੀ ਡਰੇਨੇਜ ਹੁਣ ਸ਼ੁਰੂ ਹੋ ਗਈ ਹੈ, ਹੁਣ ਦੁਨੀਆ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਸਾਰੇ ਪਾਸੇ ਹੁਣ ਤਾਂ ਵਰਤਾਰਾ ਹੋ ਗਿਆ, ਪਰ ਸਾਡੇ ਜਿਹੜੀ ਹੋਈ ਹੈ ਇੰਨੀ ਡਰੇਨੇਜ ਇੰਡੀਆ ਦੇ ਵਿੱਚ ਕਿਤੇ ਹੋਰ ਨਹੀਂ ਹੋਈ। ਠੀਕ ਹੈ। ਅੱਛਾ ਹੇਅਰ ਸਾਹਿਬ, ਮੈਂ 2-3 ਛੋਟੇ ਸਵਾਲ ਪੁੱਛਣੇ, ਫਿਰ ਆਪਾਂ ਸਮਾਪਤੀ ਵਾਲੇ ਪਾਸੇ ਵਧਣਾ ਜੀ। ਕੀ ਫਿਰ ਤੁਸੀਂ ਕਿਹਾ ਜੀ ਜੋ ਮਰਜ਼ੀ ਖਾ ਲਓ, ਖਾਦ ਪਾ ਲਓ ਨਾ ਪਾ ਲਓ, ਉਹਦੇ ਵਿੱਚੋਂ ਹੁਣ ਅਸੀਂ ਜਿੰਨਾ ਕੁ ਕੰਮ ਕਰਨਾ ਕੁਦਰਤੀ ਖੇਤੀ ਕਰਨੀ ਨਾ, ਕਿ ਖਾਦ ਪਾ ਕਰ ਲਈਏ? ਨਹੀਂ, ਮੈਂ ਉਹ ਨਹੀਂ ਕਿਹਾ ਹੈਗਾ ਕਿ ਇਹਨੂੰ ਜ਼ਹਿਰ ਪਾ ਲਓ ਜਾਂ ਖਾਦ ਪਾ ਲਓ ਜੀ। ਮੈਂ ਇਹ ਕਹਿੰਦਾ ਕਿ ਸਿਰਫ ਤੁਹਾਨੂੰ ਜਿਹੜੀ ਹੈਗੀ ਹੈ ਕੁਦਰਤੀ ਖੇਤੀ ਨਹੀਂ ਕਰੋ, ਕੁਦਰਤੀ ਖੇਤੀ ਪਰ ਕੱਲੀ ਨਹੀਂ। ਬਿਲਕੁਲ ਕੁਦਰਤੀ ਖੇਤੀ ਕਰਨੀ ਪੈਣੀ ਹੈ, ਪਰ ਸਿਰਫ ਕੁਦਰਤੀ ਖੇਤੀ ਨਹੀਂ ਬਚਾ ਸਕਦੇ। ਕੁਝ ਹੋਰ ਐਕਸਟਰਾ ਸਾਨੂੰ ਰੁੱਖਾਂ ਤੇ ਕੰਮ ਕਰਨਾ ਪੈਣਾ ਹੈ। ਠੀਕ ਹੈ ਜੀ। ਸਾਨੂੰ ਰੁੱਖ ਲਾ ਕੇ ਪੰਪਿੰਗ ਕਰਨੀ ਪੈਣੀ ਹੈ, ਖੁਰਾਕੀ ਤੱਤ ਉੱਤੇ ਲੈ ਕੇ ਆਉਣੇ ਹੈ। ਮਹਿੰਗੇ ਵਿਆਹ ਛੱਡ ਦਈਏ? ਛੱਡਣੇ ਪੈਣੇ। ਵੱਡੀ ਗੱਡੀ ਛੱਡ ਦਈਏ? ਛੱਡਣੀ ਪੈਣੀ ਹੈ। ਮੁਕਤਸਰੀ ਕੁੜਤਾ ਪਜਾਮਾ ਛੱਡ ਦਈਏ? ਛੱਡਣਾ ਪੈਣਾ। ਹੋਰ ਕੋਈ ਰਸਤਾ ਨਹੀਂ ਹੈ, ਕੋਈ ਰਸਤਾ ਨਹੀਂ ਹੈ, ਕੌੜਾ ਸੱਚ ਹੈ। ਠੀਕ ਹੈ, ਹਾਂ, ਇਹ ਕੌੜਾ ਸੱਚ ਹੈ। ਅੱਛਾ, ਤੀਸਰੀ ਗੱਲ ਮੈਂ ਥੋੜੀ ਜਿਹੀ ਤੁਹਾਡੇ ਨਾਲ ਹੋਰ ਕਰਨੀ ਸੀ ਕਿ ਤੁਸੀਂ ਜਿਸ ਤਰੀਕੇ ਦੀਆਂ ਗੱਲਾਂ ਦੱਸੀਆਂ, ਆਮ ਬੰਦਾ ਡਰੂਗਾ, ਪਰ ਆਸ਼ਾਵਾਦੀ ਹੋ, ਆਸਵੰਦ ਹੋ ਕਿ ਠੀਕ ਹੋਊਗਾ ਸਾਰਾ ਕੁਝ? ਹਾਂ, ਬਿਲਕੁਲ, ਸਭ ਕੁਝ ਹੌਲੀ ਹੌਲੀ ਜਿਹੜਾ ਹੈਗਾ ਟਰੈਕ ਤੇ ਚੜੂਗਾ। ਅਸੀਂ ਤੁਸੀਂ ਜਿਉਂਦੇ ਦੇਖਾਂਗੇ? ਹਾਂ, ਦੇਖਾਂਗੇ। ਹੋ ਜਾਊਗਾ ਇੰਨੀ ਛੇਤੀ? 30-40 ਸਾਲ 'ਚ ਇੱਕ ਵਾਰੀ ਜਿਹੜਾ ਹੈਗਾ ਪਾਪੂਲੇਸ਼ਨ ਬਹੁਤ ਘਟੂਗੀ। ਅਰੇ ਪਾਪੂਲੇਸ਼ਨ ਵੱਧ ਗਈ ਆ? ਘਟ ਰਹੀ ਹੈ, ਦੁਨੀਆ ਦੀ ਪਾਪੂਲੇਸ਼ਨ ਘਟ ਰਹੀ ਹੈ। ਠੀਕ ਹੈ ਜੀ। ਹਾਂ, ਫੂਡ ਸ਼ਾਰਟੇਜ ਆਊਗੀ ਤਾਂ ਪਾਪੂਲੇਸ਼ਨ ਘਟੂਗੀ। ਫੂਡ ਸ਼ਾਰਟੇਜ ਆ ਰਹੀ ਹੈ, ਆ ਗਈ ਹੈ। ਤੇ ਆਮ ਬੰਦਾ ਨਾ ਜਿਹੜਾ, ਕਿਉਂਕਿ ਤੁਸੀਂ ਜਦੋਂ ਈਸਟ ਸਾਊਥ ਨਾਰਥ ਵੈਸਟ ਕਹਿੰਦੇ ਹੋ, ਕਿਉਂਕਿ ਤੁਸੀਂ ਲਾਅ ਕੀਤੀ ਆ, ਤੁਸੀਂ ਅੰਗਰੇਜ਼ੀ ਕਿਤਾਬਾਂ ਪੜ੍ਹੀਆਂ, ਸਾਨੂੰ ਥੋੜਾ ਜਿਹਾ ਘੱਟ ਸਮਝ ਆਉਂਦਾ, ਜਾਂ ਸਾਡੇ ਕਈ ਦਰਸ਼ਕ ਵੀ ਹੋਣਗੇ। ਫੂਡ ਸ਼ਾਰਟੇਜ ਤੁਹਾਨੂੰ ਲੱਗਦੀ ਹੈ? ਅਸੀਂ ਤਾਂ ਖਬਰਾਂ ਇਹ ਦਿੰਨੇ ਹੁੰਨੇ ਟੀਵੀ ਦੇ ਉੱਤੇ ਕਿ ਇੰਨੇ ਲੱਖ ਟਨ ਕਣਕ ਪੰਜਾਬ 'ਚ ਅਸਮਾਨ ਦੇ ਥੱਲੇ ਪਈ ਸੜ ਗਈ ਹੈ। ਬਿਲਕੁਲ ਭਾਈ, ਉਹਨੂੰ ਕਿਸੇ ਦੇ ਮੂੰਹ ਪਾ ਦਿੰਦੇ, ਜਾਨੀ ਸਾਡੇ ਦਾ ਅਨਾਜ ਉਹਦੇ ਨਾਲ। ਤੁਸੀਂ ਕਹਿੰਦੇ ਫੂਡ ਸ਼ਾਰਟੇਜ ਆ ਗਈ? ਹਾਂ, ਬਿਲਕੁਲ। ਤੁਸੀਂ ਹੁਣ ਇੱਥੇ ਆਏ ਵੀ ਕਹੋਗੇ ਵੀ ਆਹ ਦੇਖੋ ਕਿੰਨੀ ਕਣਕ ਖੜੀ ਹੈ, ਕਿੰਨੀ ਸਰੋਂ ਖੜੀ ਹੈ, ਰੇੜੀਆਂ ਭਰੀਆਂ ਪਈਆਂ, ਫੂਡ ਹੀ ਫੂਡ ਹੈ, ਕਿੱਥੇ ਸ਼ਾਰਟੇਜ ਹੈ? ਪਰ ਭਾਈ ਇਹ ਜਿਹੜਾ NPK ਦਾ ਘੋਲ ਹੈ, ਇਹ ਅਸਲੀ ਫੂਡ ਸਿਰਫ NPK ਦਾ ਘੋਲ ਹੈ ਜੀ, ਇਹਦੇ 'ਚ ਹੋਰ ਕੁਝ ਨਹੀਂ ਹੈ। NPK ਤੋਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਇਹ ਅਸਲੀ ਭੋਜਨ ਨਹੀਂ ਨਾ, ਇਹ ਸਿਰਫ NPK ਦਾ ਘੋਲ ਹੈ। ਇਹਦੇ ਵਿੱਚ ਜ਼ਿੰਕ ਨਹੀਂ ਹੈ, ਇਹਦੇ ਵਿੱਚ ਕੈਲਸ਼ੀਅਮ ਨਹੀਂ ਹੈ, ਇਹਦੇ ਵਿੱਚ ਮੈਗਨੀਸ਼ੀਅਮ ਨਹੀਂ ਹੈ, ਉਹ ਸਾਰਾ ਕੁਝ ਮੁੱਕ ਗਿਆ। ਇਹ ਸਿਰਫ ਉਹ ਜਿੱਦਾਂ ਪਾਊਡਰ ਜਿਹਾ ਖਾ ਕੇ ਡੋਲੇ ਬਣਾਏ ਉਹੀ ਆ? ਹਾਂ, ਉਹੀ ਹੈ। ਇਹ ਉਹੀ ਹੈ। ਅੱਛਾ ਹੇਅਰ ਸਾਹਿਬ, ਚਲੋ ਥੋੜੇ ਮਹੀਨਿਆਂ ਬਾਅਦ ਤੁਹਾਡੇ ਕੋਲ ਦੁਬਾਰਾ ਆਊਂਗਾ ਮੈਂ ਜੀ, ਤੇ ਮੈਂ ਉਦੋਂ ਤੱਕ ਥੋੜੇ ਜਿਹੇ ਐਕਸਪਰਟ, ਥੋੜੇ ਜਿਹੇ ਮਾਹਿਰ ਜਿਹੜੇ ਨੇ ਉਹਨਾਂ ਦੇ ਨਾਲ ਚਰਚਾ ਜਿਹੜੀ ਉਹ ਕਰੂੰਗਾ, ਕਿਉਂਕਿ ਮੈਂ ਤੁਹਾਡੇ ਕੋਲ ਆਣ ਕੇ ਇੱਥੇ ਜਦੋਂ ਪੈਰ ਲਾਇਆ ਥੱਲੇ ਤਾਂ ਮੈਨੂੰ ਨਹੀਂ ਸੀ ਪਤਾ ਤੁਸੀਂ ਆਹ ਕੁਝ ਕਹਿਣਾ, ਨਹੀਂ ਤਾਂ ਮੈਂ ਤਿਆਰੀ ਕਰਕੇ ਆਉਂਦਾ। ਚਲੋ ਚੰਗਾ ਹੋਇਆ ਤੁਸੀਂ ਨਵਾਂ ਕਨਸੈਪਟ ਮਨ ਦੇ ਵਿੱਚ ਪਾਇਆ, ਤੇ ਹੁਣ ਫਿਰ ਉਦੋਂ ਫਿਰ ਆਪਾਂ ਚਰਚਾ ਕਰਾਂਗੇ। ਹਾਂ, ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ। ਹਾਂ, ਬਿਲਕੁਲ ਕਰਾਂਗੇ। ਤੇ ਹੋਰ ਕੁਝ ਜਾਂਦੇ ਜੇ ਕੁਝ ਆਖਣਾ ਹੋਵੇ ਤਾਂ ਜੀ ਆਖ ਸਕਦੇ ਹੋ। ਨਹੀਂ, ਬਸ ਜੀ, ਤੇ ਚੜ੍ਹਦੀ ਕਲਾ 'ਚ ਰਹੋ ਜੀ, ਤੇ ਹਿੰਮਤ ਨਾਲ ਰਹੋ। ਤਾਂ ਲੋੜਾਂ ਘਟਾਉਣੀਆਂ ਪੈਣੀਆਂ ਨੇ, ਉਸ ਗੱਲ ਤੇ ਵਾਰ-ਵਾਰ ਜ਼ੋਰ ਦੇਵਾਂਗਾ। ਲੋੜਾਂ ਘਟਾਉਣੀਆਂ ਪੈਣੀਆਂ ਨੇ। ਚਲੋ ਤੁਸੀਂ ਜੇ ਸ਼ੁਰੂ ਕਰ ਲਿਆ, ਲੋੜਾਂ ਘਟਾਉਣੀਆਂ ਪੈਣੀਆਂ। ਲੋੜਾਂ ਤੋਂ ਭਾਵ ਕੀ ਆ? ਘਰ ਛੋਟਾ ਬਣਾਈਏ ਜਿੰਨਾ ਕੁ ਚਾਹੀਦਾ। ਲੋੜਾਂ ਸ਼ਬਦ ਨਾਲੋਂ ਸ਼ਾਇਦ ਮੈਂ ਇਹ ਕਹਿਣਾ ਚਾਹੀਦਾ ਸੀ ਕਿ ਸਾਨੂੰ ਪ੍ਰਾਇੋਰਟੀਜ਼ ਦੇਖਣੀਆਂ ਪੈਣੀਆਂ ਵੀ ਆਹ ਚੀਜ਼ਾਂ ਜ਼ਰੂਰੀ ਨੇ, ਉਹ ਕਰ ਲਈਏ, ਬਾਕੀ ਛੱਡ ਦਈਏ। ਹਾਂ, ਪ੍ਰਾਇੋਰਟੀਜ਼ ਤੁਹਾਡੇ ਕੋਲੇ ਦੋ ਚੀਜ਼ਾਂ ਨੇ, ਇੱਕ ਪਾਸੇ ਭੋਜਨ ਹੈ, ਇੱਕ ਪਾਸੇ ਮਹਿੰਗੇ ਕੱਪੜੇ ਹੈ। ਕਿਹਦੇ ਬਿਨਾਂ ਸਰ ਜੂਗਾ? ਪ੍ਰਾਇੋਰਟੀਜ਼ ਦੇਖਣੀਆਂ ਪੈਣੀਆਂ ਸਾਨੂੰ। ਠੀਕ ਹੈ ਜੀ। ਹਾਂ, ਇਹ ਹੁਣ ਸਮਾਂ ਉਹ ਆ ਗਿਆ ਕਿ ਸਾਨੂੰ ਪ੍ਰਾਇੋਰਟੀਜ਼ ਦੇਖਣੀਆਂ ਪੈਣੀਆਂ। ਜੇ ਆਪਾਂ ਮਾੜਾ ਮੋਟਾ ਕੁਝ ਇੰਟਰਨੈਟ ਦੇ ਉੱਤੇ ਲੱਭੀਏ ਤਾਂ ਕੁਝ ਲੱਭੂ ਤੁਹਾਡੇ ਕਨਸੈਪਟ ਸੰਬੰਧ ਹੈਗਾ? ਲੋਕ ਹੋਰ ਵੀ ਚਿੰਤਤ ਨੇ ਦੁਨੀਆ 'ਚ? ਹਾਂ, ਚਿੰਤਤ ਨੇ ਕਿ ਕੱਲੇ ਹੇਅਰ ਸਾਹਿਬ ਚਿੰਤਤ? ਨਹੀਂ, ਸਭ ਨੂੰ ਪਤਾ ਹੈ ਮਿੱਟੀ ਦੀ ਹਾਲਾਤ ਕੀ ਹੈ। ਤੁਸੀਂ ਮਿੱਟੀ ਦੇ ਹਾਲਾਤ ਪੜ੍ਹ ਲਓ ਬਸ, ਮਿੱਟੀ ਨੂੰ ਪੜ੍ਹੋ ਬਸ। ਚਲੋ ਸ਼ੁਕਰੀਆ ਜੀ ਹੇਅਰ ਸਾਹਿਬ, ਬਹੁਤ ਮਿਹਰਬਾਨੀ ਜੀ। ਅਗਲੀ ਵਾਰੀ ਫਿਰ ਚਰਚਾ ਹੋਊਗੀ। ਜੀ ਬਿਲਕੁਲ। ਸੋ ਕਮਲਜੀਤ ਸਿੰਘ ਹੇਅਰ ਸਾਹਿਬ ਇਸ ਵੇਲੇ ਉਹਨਾਂ ਦੇ ਕੁਦਰਤੀ ਫਾਰਮ ਦੇ ਵਿੱਚ ਖਲੋਤੇ ਆ, ਤੇ ਉਹਨਾਂ ਨੇ ਜਿਸ ਤਰ੍ਹਾਂ ਦੀ ਹਾਲਤ ਦੱਸੀ ਆ, ਪਤਾ ਹੈ ਨਹੀਂ ਕੋਈ ਵੀ ਇਹਨੂੰ, ਹਾਲਾਂਕਿ ਇਹਨੂੰ ਤਾਂ ਨਿਕਲ ਰਹੇ ਨੇ ਨਾ। ਉਹ ਕਹਿੰਦੇ ਜੀ ਹੈ ਨਹੀਂ ਪੱਤਾ ਪੁੱਤਾ, ਮਿੱਟੀ ਦੀ ਉੱਪਰਲੀ ਪਰਤ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਹੈ, ਥੱਲਿਓਂ ਸਮਾਨ ਉੱਪਰਲੇ ਪਾਸੇ ਨੂੰ ਜਿਹੜਾ ਉਹ ਲੈ ਕੇ ਆਉਣਾ ਪੈਣਾ। ਤੁਹਾਡੀ ਸਹਿਮਤੀ ਵੀ ਹੋ ਸਕਦੀ ਹੈ, ਅਸਹਿਮਤੀ ਵੀ ਹੋ ਸਕਦੀ ਹੈ। ਤੁਸੀਂ ਸ਼ੁੱਧ ਪੰਜਾਬੀ ਭਾਸ਼ਾ 'ਚ, ਪਰਿਵਾਰਕ ਭਾਸ਼ਾ 'ਚ ਟਿੱਪਣੀਆਂ ਕਰ ਦਿਓ। ਤੁਹਾਡੇ ਸਵਾਲ ਹੁਣ ਲਿਖ ਦਿਓ। ਆਪਾਂ ਇਸ ਕਨਸੈਪਟ ਨੂੰ, ਇਸ ਬਹਿਸ ਨੂੰ ਜਾਂ ਵਿਸ਼ੇ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਜਿਹੜੀ ਕਰਾਂਗੇ। ਮੈਂ ਖੇਤੀ ਨਹੀਂ ਕੀਤੀ, ਮੈਨੂੰ ਬਹੁਤਾ ਨਹੀਂ ਪਤਾ, ਮੈਂ ਮਿੱਟੀ ਦਾ ਪਾਰਖੂ ਨਹੀਂ, ਪਰ ਹਰ ਕਨਸੈਪਟ ਜਿਹੜਾ ਅੱਗੇ ਜਿਹੜਾ ਉਹ ਲਿਆਉਣਾ ਪਊਗਾ। ਸੋ ਇੱਥੇ ਹੀ ਕੁਦਰਤੀ ਖੇਤੀ ਫਾਰਮ ਦੀ ਧਰਤੀ ਤੋਂ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।